ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1716 ਤੋਂ ਲੈ ਕੇ 1748 ਤੱਕ ਜਾਂ 1746 30 ਸਾਲ ਦਾ ਇੱਕ ਸਮਾਂ ਸੀ ਜਿਹੜਾ ਸਿੱਖਾਂ ਦੇ ਵਿੱਚ ਬੜਾ ਬਿਪਤਾ ਭਰਿਆ ਸਮਾਂ ਸੀ। ਇਹ ਸਮੇਂ ਵਿੱਚ ਸਿੱਖਾਂ ਨੇ ਬਹੁਤ ਕਸ਼ਟ ਸਹਾਰੇ, ਘੱਟੋ ਘੱਟ 2 ਲੱਖ ਤੋਂ ਉੱਪਰ ਸ਼ਹੀਦੀਆਂ ਪਾਈਆਂ ਔਰ ਇਹ ਬਿਪਤਾ ਦਾ ਔਖਾ ਸਮਾਂ ਕੌਮ ਨੇ ਆਪਣੇ ਪਿੰਡੇ ਤੇ ਹਟਾਇਆ। ਇਹ ਇਤਿਹਾਸ ਐਡਾ ਜ਼ਿਆਦਾ ਮਹਾਨ, ਐਡਾ ਚੜ੍ਹਦੀ ਕਲਾ ਵਾਲਾ ਆ ਕਿ ਮੈਨੂੰ ਲੱਗਦਾ ਹੈ ਜੇ ਕਿਸੇ ਗਿੱਦੜੀ ਬੰਦੇ ਨੂੰ ਵੀ ਇਹ ਗੱਲ ਦੱਸ ਦਿੱਤੀ ਜਾਵੇ ਨਾ, ਉਹਦੇ ਵਿੱਚ ਵੀ ਰੌਂਗਟੇ ਹੁੰਦੇ ਖੜੇ ਹੋ ਜਾਣਗੇ ਤਾਂ ਉਹ ਵੀ ਅਸ਼ ਕਰ ਉੱਠੇਗਾ। ਉਸ ਤੇ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਮਾਪਤੀ ਤੋਂ ਕਰਨਾ ਸ਼ੁਰੂ। ਆਪ ਸਭ ਨੂੰ ਪਤਾ ਹੈ ਕਿ 12 ਮਈ ਨੂੰ ਸਰਹੰਦ ਫਤਿਹ ਦਿਵਸ ਸੀ। ਥੋੜੇ ਦਿਨ ਪਹਿਲਾਂ ਸਾਰੀ ਕੌਮ ਨੇ ਮਨਾਇਆ ਕਿ ਇਸ ਦਿਨ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਫਤਿਹ ਕੀਤੀ ਸੀ। ਮੈਂ ਇੱਕ ਗੱਲ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ ਦੀ ਕਹਿ ਕੇ ਅੱਗੇ ਤੁਰਾਂਗਾ। ਹਰਪਾਲ ਸਿੰਘ ਜੀ ਪੰਨੂ ਕਹਿੰਦੇ ਨੇ ਜਦੋਂ ਬਾਬਰ ਭਾਰਤ ਤੇ ਹਮਲਾ ਕਰਨ ਆਇਆ ਸੀ ਨਾ, ਆਪਣੇ ਨਾਲ ਸਿਰਫ ਉਹਦੇ ਕੋਲ 35,000 ਜਾਂ 25 ਤੋਂ ਲੈ ਕੇ 35,000 ਦੀ ਫੌਜ ਸੀ ਔਰ ਦੂਸਰੇ ਪਾਸੇ ਇਬਰਾਹਿਮ ਲੋਧੀ ਕੋਲ 1 ਲੱਖ ਤੋਂ ਉੱਤੇ ਫੌਜ। ਪਰ ਜਿਹੜੀ ਚੀਜ਼ ਬਾਬਰ ਕੋਲ ਅਲੱਗ ਸੀ ਉਹ ਇਹ ਸੀ, ਉਹਦੇ ਕੋਲ ਤੋਪਖਾਨਾ ਸੀ ਜਿਹੜਾ ਕਿ ਇਸ ਤੋਂ ਪਹਿਲਾਂ ਕਿਤੇ ਵੀ ਹਿੰਦੁਸਤਾਨ ਚ ਨਹੀਂ ਆਇਆ। ਉਹਦੇ 25,000 ਬੰਦਿਆਂ ਨੇ ਤੋਪਾਂ ਦੀ ਸਹਾਇਤਾ ਨਾਲ 1.25 ਲੱਖ ਦੀ ਫੌਜ ਨੂੰ ਹਰਾ ਦਿੱਤਾ। ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲ ਆਈਏ। ਜਦੋਂ ਵਜ਼ੀਰ ਖਾਨ ਨਾਲ ਉਹਨਾਂ ਨੇ ਜੰਗ ਕੀਤਾ, ਬਾਬਾ ਜੀ ਕੋਲ ਨਾ ਕੋਈ ਤੋਪਾਂ ਸੀ, ਨਾ ਉਹਨਾਂ ਦੇ ਕੋਲ ਕੋਈ ਸਿੱਖਿਅਤ ਫੌਜ ਸੀ, ਟ੍ਰੇਨਡ ਆਰਮੀ ਸੀ, ਔਰ ਜਿਹੜੇ ਉਹਨਾਂ ਦੇ ਸਿੰਘ ਸੀ ਉਹਨਾਂ ਕੋਲ ਵੀ ਤਲਵਾਰਾਂ, ਦੁਤਾਰੇ, ਨੇਜੇ, ਬਰਸ਼ੇ, ਇਵੇਂ ਦੀਆਂ ਜਿਹੜੀਆਂ ਇੱਕ ਸੌਖੇ ਜਿਹੜੇ ਬੜੇ ਆਮ ਜੇ ਸ਼ਸਤਰ ਸਨ ਉਹ ਸਨ। ਤੇ ਫੌਜ ਦੀ ਗਿਣਤੀ ਵੀ ਵਜ਼ੀਰ ਖਾਨ ਨਾਲੋਂ ਬੜੀ ਘੱਟ ਸੀ। ਪਰ ਬਾਬਾ ਜੀ ਨੇ, ਬੰਦਾ ਸਿੰਘ ਜੀ ਬਹਾਦਰ ਨੇ ਵਜ਼ੀਰ ਖਾਨ ਨੂੰ ਹਰਾਇਆ ਤੇ ਜਿੱਤ ਪ੍ਰਾਪਤ ਕੀਤੀ। ਕਾਰਨ ਕਿ ਬਾਬਾ ਜੀ ਦੇ ਹਿਰਦੇ ਵਿੱਚ ਇੱਕ ਤਾਂ ਗੁਰੂ ਦੇ ਸਤਿਕਾਰ ਤੇ ਗੁਰੂ ਦੀ ਬਖਸ਼ਿਸ਼ ਸੀ। ਉਹ ਸਿੰਘਾਂ ਨੇ ਘੱਟ ਗਿਣਤੀਆਂ ਹੁੰਦੇ ਹੋਏ ਵੀ ਬਿਨਾਂ ਬਹੁਤੇ ਜ਼ਿਆਦਾ ਵਧੀਆ ਹਥਿਆਰਾਂ ਤੋਂ ਵੀ ਇੱਕ ਐਡੀ ਵੱਡੀ ਫੌਜ ਤੇ ਜਿੱਤ ਪ੍ਰਾਪਤ ਕੀਤੀ। ਕਿਤੇ ਕਰਕੇ ਸਿਰਫ ਤੇ ਸਿਰਫ ਗੁਰੂ ਦੀ ਬਖਸ਼ਿਸ਼ ਤੇ ਗੁਰੂ ਪ੍ਰਤੀ ਪਿਆਰ ਲਈ। ਇੱਕ ਬਹੁਤ ਵੱਡੀ ਕਰਾਮਾਤ ਹੈ। ਤੇ ਹਰਪਾਲ ਸਿੰਘ ਜੀ ਪੰਨੂ ਕਹਿੰਦੇ ਨੇ ਇਸ ਨੂੰ ਕਰਾਮਾਤ ਨਹੀਂ ਹੋਰ ਕੀ ਆਖਾਂਗੇ ਆਪਾਂ। ਹੁਣ ਆਪਾਂ ਅੱਗੇ ਤੁਰੀਏ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਹੋਈ 1716 ਚ 1716 ਵਿੱਚ। ਬਾਬਾ ਜੀ ਇੱਕ ਬੜੇ ਹੀ ਵਧੀਆ ਉਹ ਪ੍ਰਬੰਧਕ ਸਨ। ਹੀ ਵਾਸ ਵੈਰੀ ਗ੍ਰੇਟ ਐਂਪਰਰ। ਉਹਨਾਂ ਨੇ ਨਵੀਆਂ ਚੀਜ਼ਾਂ ਕੀਤੀਆਂ ਜਿਹੜੀਆਂ ਕਿ ਪਹਿਲਾਂ ਦੁਨੀਆ ਦੇ ਇਤਿਹਾਸ 'ਚ ਨਹੀਂ ਸੀ। ਜਿਵੇਂ ਆਮ ਬੰਦਿਆਂ ਨੂੰ ਉਹਨਾਂ ਨੇ ਜ਼ਮੀਨ ਦੇ ਕੇ ਉਹਨਾਂ ਨੂੰ ਮਾਲਕ ਬਣਾਇਆ। ਵਰਲਡ ਦੀ ਹਿਸਟਰੀ ਵਿੱਚ ਇਹ ਪਹਿਲਾ ਜਿਹੜਾ ਇੰਸਟੈਂਸ ਸੀ ਜਿਹੜਾ ਆਇਆ ਹੈ। ਲੋਕ ਕਹਿੰਦੇ ਨੇ ਕਿ 1789 ਚ ਫ੍ਰੈਂਚ ਰੈਵੋਲੂਸ਼ਨ ਆਈ ਹੈ, ਉਦੋਂ ਫਸਟ ਟਾਈਮ ਹੋਇਆ ਕਿ ਜਿਹੜੇ ਜ਼ਮੀਨ ਵਾਹੁੰਦੇ ਸਨ ਉਹਨਾਂ ਨੂੰ ਜ਼ਮੀਨ ਮਿਲੀ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ 1710 ਚ ਇਹ ਚੀਜ਼ ਕਰ ਦਿੱਤੀ ਸੀ। ਇੱਕ ਬੜੀ ਮਹਾਨ ਗੱਲ ਏ। ਇਸੇ ਲਈ ਅੱਜ ਵੀ ਤੁਸੀਂ ਪੰਜਾਬ ਚ ਵੇਖੋਗੇ ਨਾ, ਬਹੁਤ ਵੱਡੇ ਜ਼ਗੀਰਦਾਰ ਨਹੀਂ ਹੈਗੇ, ਜਿਹੜੇ ਹੈਗੇ ਵੀ ਨੇ ਉਹ ਵੀ ਹੌਲੀ ਹੌਲੀ ਬਣੇ ਨੇ। ਇਹ ਉਹਨਾਂ ਨੂੰ ਦੇਣ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਉਹਨਾਂ ਨੇ ਗਰੀਬ ਆਮ ਮਜਲੂਮ ਲੋਕਾਂ ਨੂੰ ਚੱਕ ਕੇ ਇੱਕ ਮਾਲਕ ਬਣਾਤਾ। ਹੁਣ ਇਸ ਤੋਂ ਅੱਗੇ ਇਤਿਹਾਸ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੁੰਦਾ ਹੈ 1716 ਤੋਂ। ਨੈਕਸਟ 30 ਇਅਰਸ ਨਾ 30 ਸਾਲ ਸਿੱਖਾਂ ਨੇ ਬੜੀਆਂ ਬਿਪਤਾਵਾਂ ਤੇ ਬੜੀਆਂ ਮੁਸ਼ਕਲਾਂ ਤੇ ਬੜਾ ਕਸ਼ਟ ਤੇ ਬੜਾ ਔਖਾ ਸਮਾਂ ਕੱਢਿਆ। 30 ਸਾਲਾਂ ਚ ਮੈਂ ਅੱਗੇ ਪਹਿਲਾਂ ਕਹਾਂਗਾ ਨੀਅਰਲੀ 2 ਲੱਖ ਤੋਂ ਉੱਤੇ ਸਿੰਘ ਸ਼ਹੀਦ ਹੋਏ ਨੇ, ਸਿੰਘ ਤੇ ਸਿੰਘਣੀਆਂ। ਹੁਣ ਉਹ ਕੀ ਕਾਰਨ ਸੀ ਤੇ ਉਹਨਾਂ ਨੇ ਉਸ ਟਾਈਮ ਨੂੰ ਕਿਵੇਂ ਸਹਾਰਿਆ? ਅੱਜ ਮੈਂ ਇਸ ਲੈਕਚਰ 'ਚ ਸਿਰਫ ਇਸੇ ਸੰਬੰਧੀ ਗੱਲ ਕਰਨੀ ਵੀ ਉਹ ਕਾਰਨ ਕੀ ਸਨ, ਵੀ ਕਿੰਨਾ ਕਾਰਨਾਂ ਕਰਕੇ ਇੰਨਾ ਜ਼ਿਆਦਾ ਮਾੜਾ ਸਮਾਂ ਸਿੱਖਾਂ ਨੇ ਵੇਖਿਆ, ਤੇ ਦੂਜਾ ਉਹ ਕੀ ਰੀਜ਼ਨ ਸਨ ਕਿ ਇੰਨਾ ਔਖਾ ਸਮਾਂ ਸਿੱਖਾਂ ਨੇ ਆਪਦੇ ਪਿੰਡੇ ਤੇ ਹੰਢਾ ਕੇ ਕੱਢ ਲਿਆ। ਸੋ ਪਹਿਲਾਂ ਆਪਾਂ ਜਾਵਾਂਗੇ ਕਿ ਉਹ ਕਾਰਨ ਕੀ ਸਨ। ਸਭ ਤੋਂ ਪਹਿਲਾ ਜਿਹੜਾ ਕਾਰਨ ਸੀ ਨਾ ਸਾਧ ਸੰਗਤ ਜੀ, ਉਹ ਸੀ ਵੀ ਡਿਡਨਟ ਹੈਵ ਅ ਲੀਡਰ। ਸਿੱਖਾਂ ਦਾ ਕੋਈ ਵੀ ਆਗੂ ਨਹੀਂ ਸੀ ਉਸ ਵਕਤ। ਬਾਬਾ ਜੀ ਦੀ ਸ਼ਹੀਦੀ ਹੋਈ 1716 ਵਿੱਚ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਘੱਟੋ ਘੱਟ ਅਗਲੇ 15-20 ਸਾਲ ਐਵੇਂ ਦਾ ਕੋਈ ਵੀ ਸਟਰੋਂਗ ਲੀਡਰ ਨਹੀਂ ਸਾਡੇ ਕੋਲ ਆਇਆ ਜਿਹੜਾ ਸਾਂਭ ਸਕੇ।
ਜਦੋਂ ਬਾਬਾ ਜੀ ਆਏ ਸਨ ਤਾਂ ਲੋਕ ਉਹਨਾਂ ਨਾਲ ਤੁਰੇ ਵੀ ਮਹਾਰਾਜ ਜੀ ਨੇ ਭੇਜਿਆ ਇਹਨਾਂ ਨੂੰ। ਪਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਸ਼ਹੀਦੀ ਹੋ ਗਈ, ਬਹੁਤ ਸਾਰੇ ਸਿੰਘ ਸਨ ਉਹ ਜੰਗਲਾਂ ਦੇ ਵਿੱਚ ਚਲੇ ਗਏ, ਪਹਾੜਾਂ 'ਚ ਚਲੇ ਗਏ। ਸਿੱਖਾਂ ਦੇ ਕੋਲ ਕੋਈ ਵੀ ਆਗੂ ਨਹੀਂ ਰਿਹਾ। ਔਰ ਜਦੋਂ ਕੌਮ ਆਗੂ ਰਹਿਤ ਹੁੰਦੀ ਹੈ ਨਾ, ਉਦੋਂ ਕੌਮ ਨੂੰ ਲੀਡਰ ਤੋਂ ਬਿਨਾ ਬਹੁਤ ਔਖਾ ਹੋ ਜਾਂਦਾ ਅੱਗੇ ਚੱਲਣਾ, ਕਿਉਂਕਿ ਇੱਕ ਲੀਡਰ ਤੁਹਾਨੂੰ ਰਾਹ ਵਿਖਾ ਸਕਦਾ ਹੈ। ਉਹ ਇੱਕ ਇੰਗਲਿਸ਼ 'ਚ ਆ ਕਿ ਉਹ ਲੀਡਰ ਆ ਜਿਹੜਾ ਸ਼ੋਜ਼ ਦਾ ਵੇ ਗੋਜ਼ ਦਾ ਵੇ, ਜਿਹੜਾ ਰਾਹ ਦਿਖਾਉਂਦਾ ਹੈ, ਰਾਹ ਤੇ ਜਾਂਦਾ ਆ ਤੇ ਰਾਹ ਬਣਾਉਂਦਾ ਆ। ਉਸ ਸਮੇਂ ਸਿੱਖਾਂ 'ਚ ਨਹੀਂ ਸਨ। ਜਿਹੜੇ ਕੁਝ ਕੁ ਸਿੱਖ ਸਨ ਉਹਨਾਂ ਨੂੰ ਪਹਾੜਾਂ 'ਚ ਜਾ ਕੇ ਰੁਕਣਾ ਪਿਆ। ਇਸ ਤੋਂ ਬਾਅਦ ਦੂਜਾ ਜਿਹੜਾ ਸਭ ਤੋਂ ਵੱਡਾ ਕਾਰਨ ਕਿ ਸਿੱਖਾਂ ਤੇ ਬੜਾ ਮਾੜਾ ਸਮਾਂ ਰਿਹਾ, ਸਿੱਖਾਂ 'ਚ ਆਪਸੀ ਧੜੇ ਬਣ ਗਏ। ਅੱਧੇ ਕੋ ਬੰਦਈ ਖਾਲਸਾ, ਅੱਧੇ ਕੋ ਆਪਣੇ ਆਪ ਨੂੰ ਤੱਤ ਖਾਲਸਾ ਕਹਿਣ ਲੱਗ ਪਏ। ਬੰਦਈ ਖਾਲਸਾ ਕਹਿਣ ਲੱਗ ਪਏ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਸਨ। ਹਾਲਾਂਕਿ ਬਾਬਾ ਜੀ ਨੇ ਸਾਰੀ ਇਸ ਚੀਜ਼ ਤੇ ਪਹਿਰਾ ਠੋਕ ਕੇ ਦਿੱਤਾ ਆ। ਉਹ ਇਹ ਕਹਿੰਦੇ ਸੀ, ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਆ, ਮੈਂ ਹਾਂ ਉਹ ਪੁਰਖ ਕੋ ਦਾਸ ਜਿਨ ਕੀਓ ਖਾਲਸਾ ਪ੍ਰਕਾਸ਼। ਮੈਂ ਉਸ ਪੁਰਖ ਦਾ ਦਾਸ ਹਾਂ ਜਿਸ ਨੇ ਖਾਲਸੇ ਨੂੰ ਬਣਾਇਆ ਆ। ਪਰੰਤੂ ਜਿਵੇਂ ਆਮ ਹੁੰਦਾ ਆ, ਲੋਕ ਪ੍ਰਭਾਵ ਕਬੂਲ ਕਰ ਲੈਂਦੇ ਨੇ ਔਰ ਉਹਨਾਂ ਨੇ ਗਲਤ ਤਰੀਕੇ ਨਾਲ ਇਹ ਸਮਝ ਲਿਆ ਕਿ ਬਾਬਾ ਜੀ ਗੁਰੂ ਸਨ। ਸੋ ਉਸ ਵਕਤ ਇੱਕ ਬੜਾ ਵੱਡਾ ਇੱਕ ਮਸਲਾ ਸੀ, ਔਰ ਇਹ ਮਸਲਾ ਇੰਨਾ ਵੱਡਾ ਹੋ ਚੁੱਕਾ ਸੀ ਕਿ ਹਰਮੰਦਰ ਸਾਹਿਬ ਦੇ ਵਿੱਚ ਵੀ 2-4 ਵਾਰੀ ਆਪਸ 'ਚ ਝੜਪਾਂ ਹੋ ਗਈਆਂ। ਤੇ ਜਦੋਂ ਕੌਮ ਆਪਸ 'ਚ ਡਿਵਾਈਡਡ ਹੋ ਜਾਏਗੀ, ਪਾਟੋ ਧਾੜ ਹੋ ਜਾਏਗੀ, ਤਾਂ ਜਿਹੜੀ ਉੱਪਰਲੀ ਹਕੂਮਤ ਹੁੰਦੀ ਹੈ ਨਾ, ਉਹਦੇ ਲਈ ਰਾਜ ਕਰਨਾ ਤੇ ਲੋਕਾਂ ਨੂੰ ਦਬਾਉਣਾ ਬੜਾ ਸੌਖਾ ਹੋ ਜਾਂਦਾ ਹੈ। ਸੋ ਇੱਕ ਸੈਕਿੰਡ ਰੀਜ਼ਨ ਸੀ ਜਿੰਦੇ ਕਰਕੇ ਸਿੱਖਾਂ ਨੂੰ ਔਖਾ ਸਮਾਂ ਵੇਖਣਾ ਪਿਆ। ਇਹ ਤਾਂ ਬਾਅਦ 'ਚ ਭਾਈ ਮਣੀ ਸਿੰਘ ਜੀ ਦੀ ਬੜੀ ਦੂਰਅੰਦੇਸ਼ੀ ਵਿਜ਼ਨਰੀ ਸੋਚ ਸੀ ਕਿ ਉਹਨਾਂ ਨੇ ਆਪਸੀ ਧੜੇ ਦਾ ਦਰਬਾਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦੇ ਸਰੋਵਰ 'ਚ ਪਰਚੀ ਪਾ ਕੇ, ਉਹ ਤੱਤ ਖਾਲਸਾ ਉੱਪਰ ਆ ਗਈ ਪਰਚੀ, ਤੇ ਉਹ ਤੋਂ ਆਪਸ 'ਚ ਇਹਨਾਂ ਦੀ ਸੁਲਾਹ ਕਰਾਈ ਤੇ ਇਹ ਝਗੜੇ ਨਿਬੇੜੇ। ਤੀਸਰਾ ਕਾਰਨ ਸੀ, ਸੈਂਟਰ 'ਚ ਦਿੱਲੀ ਦੇ ਵਿੱਚ ਜਿਹੜੀ ਹਕੂਮਤ ਸੀ ਬੜੀ ਸਖਤ ਸੀ। ਚਾਹੇ ਕਿ ਬਹਾਦਰ ਸ਼ਾਹ ਕਮਜ਼ੋਰ ਸੀ, ਪਰ ਫਰਖੁਸੀਅਰ ਬਹੁਤ ਸਖਤ ਸੀ। ਔਰ ਉਹਨੇ ਕੀ ਕੀਤਾ, ਉਹਨੇ ਬੜੀ ਪੰਜਾਬ ਤੇ ਸਖਤੀ ਕੀਤੀ। ਟਿਲ 1730 ਤੱਕ ਬਹੁਤ ਜ਼ਿਆਦਾ ਸਖਤੀ ਹੋ ਗਈ। ਪਿੰਡ ਪਿੰਡ ਵਿੱਚ ਕੋਈ ਵੀ ਸਿੱਖ ਦਿਖੇ ਉਹਨੂੰ ਕੱਢ ਕੇ ਲਿਆਓ, ਮਾਰ ਦਿਓ। ਬਸ ਸਿਰ ਤੇ ਸਿਰਫ ਜਿਹੜੇ ਮਾੜੇ ਮੋਟੇ ਕੰਮਕਾਰ ਵਾਲੇ ਸਿੱਖ, ਜਿੰਨਾ ਬਿਨਾਂ ਕੰਮ ਚੱਲ ਹੀ ਨਹੀਂ ਸੀ ਸਕਦਾ, ਜਿਹੜੀ ਆਪਣੀ ਇੱਕ ਸਕਿੱਲ ਦੇ ਬੇਸ ਤੇ ਸੀ, ਸਿਰਫ ਉਹਨਾਂ ਨੂੰ ਜਿੰਦਾ ਰੱਖਿਆ, ਜਿਵੇਂ ਕਿ ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸ਼ੁਬੇਗ ਸਿੰਘ ਜੀ, ਉਹਨਾਂ ਨੂੰ। ਬਾਕੀ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ, ਪਰਿਵਾਰਾਂ ਨੂੰ ਖਤਮ ਕਰ ਦਿੱਤਾ ਗਿਆ, ਸਭ ਕੁਝ ਉਹਨਾਂ ਨੇ। ਇੱਕ ਬਹੁਤ ਵੱਡਾ ਕਾਰਨ ਸੀ। ਚੌਥਾ ਕਾਰਨ ਕੀ ਸੀ, ਜਿਹੜੇ ਉਸ ਵਕਤ ਦੇ ਵੱਡੇ ਵੱਡੇ ਹਿੰਦੂ ਤੇ ਮੁਸਲਮਾਨ ਸਨ, ਉਹਨਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ। ਉਹਦੇ ਕਾਰਨ ਸੀ, ਕੁਝ ਕੁ ਦਾ ਪਰਸਨਲ ਹੇਟ ਕਰਦੇ ਸੀ, ਕੁਝ ਕੁ ਡਰ ਕਰਕੇ ਹੋ ਗਏ। ਇਹਨਾਂ ਨੇ ਡਰ ਕਰਕੇ ਸਿੰਘਾਂ ਨੂੰ ਮਰਵਾਇਆ। ਕੁਝ ਕਦੀ ਜਿਵੇਂ ਪਿੰਡਾਂ ਦੇ ਵਿੱਚ ਆਪਸੀ ਲਾਗ ਡਾਟ ਸੀ, ਉਹਦੇ ਕਰਕੇ, ਜਿਵੇਂ ਕਿ ਹਰਭਗਤ ਨਿਰੰਜਣੀਆਂ ਸੀ। ਇਹ ਬਾਬਾ ਹਿੰਦਾਲ ਦਾ ਪੋਤਰਾ ਸੀ, ਜਿਹੜੇ ਗੁਰੂ ਅਮਰਦਾਸ ਜੀ ਦੇ ਸਿੱਖ ਸਨ। ਪਰ ਕਿਉਂਕਿ ਉਹਨਾਂ ਦੇ ਅੱਗੋਂ ਪੋਤਰੇ ਨੇ ਇੱਕ ਵੇਸਵਾ ਨਾਲ ਵਿਆਹ ਕਰਾ ਲਿਆ ਤੇ ਪੰਤ ਨੇ ਇਹਨਾਂ ਨੂੰ ਕੱਢ ਦਿੱਤਾ ਸੀ ਕਿ ਉਹ ਗਲਤ ਪਾਸੇ ਤੁਰ ਪਿਆ। ਉਸ ਦੀ ਇਸ ਮਨ ਵਿੱਚ ਹਰਭਗਤ ਨਿਰੰਜਣੀਆਂ ਦੇ ਬੜੀ ਖੋਟ ਸੀ। ਉਹ ਇਸ ਚੀਜ਼ ਦਾ ਮਨ ਵਿੱਚ ਇੱਕ ਬੜੀ ਦੁਸ਼ਮਣੀ ਭਰੀ ਫਿਰਦਾ ਕਿ ਸਾਡੇ ਪਰਿਵਾਰ ਨੂੰ ਬੇਇੱਜ਼ਤ ਕੀਤਾ ਆ। ਸੋ ਜਿਹੜੇ ਵੱਡੇ ਵੱਡੇ ਹਿੰਦੂ ਮੁਸਲਮਾਨ ਵੀ ਸਨ, ਇਹਨਾਂ ਨੇ ਵੀ ਆਪਣੇ ਆਪਣੇ ਜਿਹੜੇ ਪਰਸਨਲ ਵੈਰਾਂ ਕਰਕੇ ਸਿੱਖਾਂ ਨੂੰ ਬਹੁਤ ਮਰਵਾਇਆ ਤੇ ਬਹੁਤ ਕਰਵਾਇਆ। ਉਸ ਤੋਂ ਬਾਅਦ ਜਿਹੜਾ ਇੱਕ ਹੋਰ ਵੱਡਾ ਕਾਰਨ ਸੀ, ਉਹ ਸੀ, ਇਹਨੂੰ ਧਿਆਨ ਨਾਲ ਸੰਗਤ ਜੀ ਸੁਣਿਓ, ਅੱਜ ਕੱਲ ਦਾ ਜੋ ਪ੍ਰਚਾਰ ਹੈ ਨਾ, ਸੋ ਦੈਟਸ ਵਾਈ ਮੈਂ ਇਹਨਾਂ ਵਿੱਚ ਉਹ ਚੀਜ਼ਾਂ ਬੜੀਆਂ ਖੋਜ ਕੇ ਦੇਖੀਆਂ ਕਿ ਕੀ ਕਾਰਨ ਸਨ। ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਬੁੱਕ ਵਿੱਚ ਬਹੁਤ ਵਧੀਆ ਲਿਖਿਆ ਹੈ, ਉਹਦੇ ਤੋਂ ਮੈਂ ਬਹੁਤ ਵੱਡਾ ਰੈਫਰੈਂਸ ਲਏ ਨੇ ਸਾਰੇ। ਪੰਜਵਾਂ ਕਾਰਨ ਜਿਹੜਾ ਵੱਡਾ ਸੀ, ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਤੇ ਅੰਮ੍ਰਿਤਸਰ 'ਚ ਇਕੱਠ ਤੇ ਰੋਕ। ਉਸ ਸਮੇਂ ਦੀ ਹਕੂਮਤ ਨੇ ਅੰਮ੍ਰਿਤਸਰ ਸਾਹਿਬ ਦੇ ਇਕੱਠ ਤੇ ਰੋਕ ਲਾਤੀ ਸੀ ਕਿ ਉੱਥੇ ਸਿੱਖ ਇਕੱਠੇ ਨਹੀਂ ਹੋ ਸਕਦੇ। ਤੇ ਸਿੱਖਾਂ ਵਾਸਤੇ ਅੰਮ੍ਰਿਤਸਰ ਦੇ ਵਿੱਚ ਇਕੱਠੇ ਨਾ ਹੋਣਾ ਜ਼ਿੰਦਗੀ ਮੌਤ ਦਾ ਸਵਾਲ ਹੈ। ਪਾਸਟ ਵਿੱਚ ਵੀ ਇਹ ਰਿਹਾ ਆ, ਪ੍ਰੈਜ਼ੈਂਟ ਵਿੱਚ ਵੀ ਅੱਜ ਇਹ ਹੀ ਹੈ। ਸਿੱਖ ਵਾਸਤੇ ਹਰਮੰਦਰ ਸਾਹਿਬ ਉਦੋਂ ਵੀ ਉੱਪਰ ਸੀ, ਸ਼੍ਰੋਮਣੀ ਸੀ। ਸਿੱਖ ਵਾਸਤੇ ਅੱਜ ਵੀ ਹਰਮੰਦਰ ਸਾਹਿਬ ਸ਼੍ਰੋਮਣੀ ਰਹਿਣਾ ਆ। ਇੱਕ ਗੱਲ ਸਾਧ ਸੰਗਤ ਜੀ ਹਮੇਸ਼ਾ ਯਾਦ ਰੱਖਣ ਵਾਲੀ ਹੈ, there can always be some fault in administration। ਪ੍ਰਬੰਧ ਦੇ ਵਿੱਚ ਕੁਤਾਹੀਆਂ ਹੁੰਦੀਆਂ ਨੇ, ਪਰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ
ਸਿੱਖਾਂ ਵਾਸਤੇ ਉਸ ਸਮੇਂ ਵੀ ਸਰਮੌਰ ਸਨ ਤੇ ਅੱਜ ਵੀ ਸਰਮੌਰ ਰਹਿਣਗੇ, ਅੱਗੇ ਵੀ ਰਹਿੰਦੇ ਰਹਿਣਗੇ ਜਦੋਂ ਤੱਕ ਦੁਨੀਆ ਰਹੇਗੀ, ਕਿਉਂਕਿ ਅਕਾਲ ਦਾ ਤਖਤ ਗੁਰੂ ਨੇ ਬਣਾਇਆ ਆ, ਬੰਦੇ ਦਾ ਬਣਾਇਆ ਨਹੀਂ। ਸੋ ਉਸ ਸਮੇਂ ਵੀ ਸਿੱਖ ਕੀ ਕਰਦੇ ਸਨ, ਦਰਬਾਰ ਸਾਹਿਬ ਆਉਂਦੇ, ਘੋੜੇ ਸਮੇਤ ਇਸ਼ਨਾਨ ਕਰਦੇ ਤੇ ਚਲੇ ਜਾਂਦੇ। ਪਰ ਕਾਰਨ ਇਹ ਸੀ ਵੀ ਇਕੱਠੇ ਨਹੀਂ ਸੀ ਹੋਣ ਪਾਉਂਦੇ। ਹੁਣ ਮੰਨ ਲਓ ਗੁਰਦਾਸਪੁਰ ਏਰੀਆ ਦੇ ਸਿੱਖ ਨੇ ਕਾਨੂੰਵਾਲ ਦੇ, ਉਹ ਆਉਂਦੇ ਨੇ, ਪਰ ਉਹਨਾਂ ਨੂੰ ਲੱਖੀ ਜੰਗਲ 'ਚ ਜਿਹੜੇ ਸਿੱਖ ਬੈਠੇ ਨੇ ਉਹਨਾਂ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਸੋ ਆਪਸ 'ਚ ਮਿਲ ਬੈਠ ਕੇ ਜਦੋਂ ਤੱਕ ਤੁਸੀਂ ਮਿਲਦੇ ਨਹੀਂ, ਬਹਿੰਦੇ ਨਹੀਂ, ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਕੌਮ ਦੇ ਵਿੱਚ ਕਿਵੇਂ ਅਸੀਂ ਕਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਹੈ। ਸੋ ਇੱਕ ਬੜਾ ਵੱਡਾ ਕਾਰਨ ਸੀ। ਔਰ ਇਸ ਸਮੇਂ ਦੀ ਜੋ ਉੱਪਰ ਰਾਜ ਕਰ ਰਹੀ ਹਕੂਮਤ ਹੈ ਉਹਨੂੰ ਪਤਾ ਸੀ ਕਿ ਇਹਨਾਂ ਲਈ ਪਾਵਰ ਜਿਹੜੀ ਹੈ ਹਰਮੰਦਰ ਸਾਹਿਬ ਤੋਂ ਮਿਲਦੀ ਹੈ, ਇਸ ਲਈ ਉਹਨਾਂ ਨੇ ਇਸ ਤੇ ਮਨਾਹੀ ਕੀਤੀ ਹੋਈ ਸੀ। ਔਰ ਲਾਸਟ ਕਾਰਨ ਬਟ ਨਾਟ ਲੀਸਟ, ਜਿਹੜੇ ਗੁਰੂ ਦੋਖੀ ਸਨ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਮੰਜੀਆਂ ਲਾ ਕੇ ਬੈਠੇ ਸਨ ਨਾ, ਜਦੋਂ ਬਾਬਾ ਜੀ ਤੋਂ ਬਾਅਦ ਵੀ ਉਹਨਾਂ ਨੇ ਇਹ ਕੰਮ ਕੀਤਾ ਹੋਇਆ ਸੀ। ਇੱਕ ਸੀ ਗੁਲਾਬ ਰਾਏ, ਇਹ ਜਿਹੜਾ ਗੁਲਾਬ ਰਾਏ ਹੈ ਨਾ, ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹੀ ਭਰਾ ਸੂਰਜਮਲ ਦਾ ਪੁੱਤਰਾ ਉਹ ਸੀ। ਇਹਨੇ ਆਪਣੇ ਆਪ ਨੂੰ ਗੁਰੂ ਬਣਾ ਲਿਆ ਤੇ ਲੋਕਾਂ ਨੂੰ ਚਰਨ ਪੌਲ ਦੇਣ ਲੱਗ ਪਿਆ। ਮੀਣੀਏ ਜਿਹੜੇ ਪ੍ਰੀਤੀ ਚੰਦੀਏ, ਰਾਮ ਰਾਈਏ, ਇਹ ਸਾਰੇ ਵੀ ਨਾਲੇ ਸੀ, ਧੀਰ ਮੱਲੀਏ, ਇਹ ਵੀ ਸਾਰਿਆਂ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ, ਕਿਉਂਕਿ ਕੌਮ ਨੂੰ ਉਦੋਂ ਰਾਹ ਨਹੀਂ ਸੀ ਮਿਲਦਾ ਪਿਆ, ਹਮੇਸ਼ਾ ਤੋਂ ਹੁੰਦਾ ਆ ਰਿਹਾ ਹੈ। ਜਦੋਂ ਕਿਤੇ ਇੱਕ ਵੱਡੀ ਬਿਪਤਾ ਪੈਂਦੀ ਹੈ ਕੌਮ ਤੇ, ਸਾਰੇ ਲੋਕ ਆਪਣਾ ਆਪਣਾ ਕੰਮ ਚਲਾਉਂਦੇ ਨੇ। ਅੱਜ ਵੀ ਵੇਖ ਲਓ, what I wanna show ਨਾ ਸਾਧ ਸੰਗਤ ਜੀ, ਕਿ ਪੁਰਾਣੀ ਚੀਜ਼ ਨੂੰ ਅੱਜ ਦੇ ਨਾਲ ਮੈਂ ਜੋੜ ਕੇ ਕੋਸ਼ਿਸ਼ ਕਰ ਰਿਹਾ, ਕਿਉਂਕਿ ਹਿਸਟਰੀ ਦਾ ਤਾਂ ਹੀ ਫਾਇਦਾ ਆ ਜਿਸ ਨੂੰ ਪ੍ਰੈਜ਼ੈਂਟ ਸਾਡੀਆਂ ਪ੍ਰੋਬਲਮਸ ਨੂੰ ਸੋਲਵ ਕਰ ਪਾਏ ਨਾ। ਉਹਨਾਂ ਨੇ ਇਹਦੇ ਵਿੱਚੋਂ ਇੱਕ ਹੋਰ ਵੀ, ਉੱਥੇ ਇੱਕ ਬੜਾ ਗੰਗੂ ਸ਼ਾਹ ਜੀ ਸੀ ਜਿਹੜੇ ਗੁਰੂ ਅਮਰਦਾਸ ਜੀ ਸਿੱਖ ਸਨ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਅੱਗੇ ਖੜਕ ਸਿੰਘ ਸੀ, ਉਹਨੇ ਵੀ ਆਪ ਨੂੰ ਗੁਰੂ ਬਣਾ ਲਿਆ। ਸੋ ਇਹਨਾਂ ਸਾਰਿਆਂ ਨੇ ਆਪਣੇ ਆਪ ਨੂੰ ਗੁਰੂ ਬਣਾ ਕੇ ਪੰਥ ਦੇ ਵਿੱਚ ਬੜੇ ਵੱਡੇ ਬਖੇੜੇ ਤੇ ਸ਼ੁਰੂ ਕੀਤੇ। ਸੋ ਇਹਨਾਂ ਸਾਰਿਆਂ ਦਾ ਪ੍ਰਭਾਵ ਪਿਆ। ਇੱਕ ਤਾਂ ਜੋ ਸਮੇਂ ਇੱਕ ਬੜਾ ਔਖਾ ਸਮਾਂ ਸੀ। ਇਹ ਤਾਂ ਕੁਝ ਕੁ ਕਾਰਨ ਨੇ ਜਿਹੜੇ ਇਤਿਹਾਸਕਾਰਾਂ ਨੇ ਲਿਖੇ ਨੇ। ਹੁਣ ਅੱਗੇ ਜਿਹੜੇ ਕਾਰਨ ਨੇ ਉਹ ਨੇ ਸਾਧ ਸੰਗਤ ਜੀ, ਔਖਾ ਸਮਾਂ, ਕਾਰਨ ਤਾਂ ਪਤਾ ਲੱਗ ਗਏ, ਪਰ ਉਸ ਕਾਰਨ ਤੋਂ ਨਿਕਲੇ ਕਿਵੇਂ ਸਿੱਖ? ਸਭ ਨੂੰ ਪਤਾ ਆ ਕਿ ਇਹ ਔਖੇ ਸਮੇਂ ਤੋਂ ਬਾਅਦ ਸਿੱਖ ਪੰਜਾਬ ਦੇ ਰਾਜੇ ਬਣੇ। ਸੋਹਣ ਸਿੰਘ ਜੀ ਸ਼ੀਤਲ ਦੀ ਕਿਤਾਬ ਨੇ ਸਿੱਖ ਰਾਜ ਕਿਵੇਂ ਬਣਿਆ, ਬਹੁਤ ਪੜ੍ਹਨਯੋਗ ਕਿਤਾਬ ਹੈ, ਉਹਦੇ ਚ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੈ। ਮੈਂ ਹੁਣ ਅੱਗੇ ਤੁਰਾਂ। ਹੁਣ ਉਹ ਕੀ ਕਾਰਨ ਨੇ ਜਿਹੜੇ ਇਤਿਹਾਸਕਾਰਾਂ ਨੇ ਮੰਨੇ ਨੇ? ਸਭ ਤੋਂ ਪਹਿਲਾ ਕਾਰਨ ਵੀ ਸਿੱਖ ਕਿਵੇਂ ਇਸ ਔਖੇ ਟਾਈਮ ਦੇ ਵਿੱਚ ਵਿਕਟੋਰੀਅਸ ਹੋ ਕੇ ਨਿਕਲੇ, ਜੇਤੂ ਹੋ ਕੇ ਨਿਕਲੇ। ਔਰ ਉਹ ਗੱਲ ਸਾਧ ਸੰਗਤ ਜੀ ਅੱਜ ਵੀ ਸਾਡੇ ਲਈ ਓਨੀ ਹੀ ਜ਼ਿਆਦਾ ਅਹਿਮੀਅਤ ਰੱਖਦੀ ਜਦੋਂ ਉਹ ਸੀ ਪਹਿਲਾ ਸਭ ਤੋਂ ਵੱਡਾ ਕਾਰਨ ਸੀ ਗੁਰੂ ਵਿਸ਼ਵਾਸ। ਉਹ ਕਹਿੰਦੇ ਨੇ ਸਿੱਖਾਂ ਦਾ ਆਪਣੇ ਗੁਰੂ ਤੇ ਅਟੁੱਟ ਭਰੋਸਾ ਸੀ। ਭਾਈ ਰਤਨ ਸਿੰਘ ਜੀ ਭੰਗੂ ਦੀ ਇੱਕ ਪੰਕਤੀ ਮੈਂ ਸਾਹਮਣੇ ਆਪ ਜੀ ਸਾਂਝੀ ਕਰਾਂ। ਕਹਿੰਦੇ ਨੇ ਅੱਜ ਵੀ ਉਹ ਚੇਤੇ ਰੱਖ ਲਿਓ ਸਾਧ ਸੰਗਤ ਜੀ, ਅੱਜ ਵੀ ਜੋ ਅਸੀਂ ਰੱਖ ਲਈ ਨਾ ਉਹਨੇ ਹੀ ਸਫਲ। ਕਹਿੰਦੇ ਗੁਰ ਬਚਨਨ ਕੀ ਉਨਕੋ ਆਸ, ਯਹੀ ਖਜ਼ਾਨਾ ਸਿੰਘਣ ਪਾਸ। ਕਹਿੰਦੇ ਗੁਰੂ ਬਚਨਾਂ ਦੇ ਉਹਨਾਂ ਨੂੰ ਆਸ ਸੀ, ਬਸ ਇਹੀ ਖਜ਼ਾਨਾ ਸੀ ਜਿਹੜਾ ਸਿੰਘਾਂ ਦੇ ਕੋਲ ਸੀ। ਗੁਰੂ ਦੇ ਵਿਸ਼ਵਾਸ ਨੂੰ ਸਿੰਘ ਖਜ਼ਾਨਾ ਕਹਿੰਦੇ ਨੇ। ਇਹ ਇੱਕ ਬੜੀ ਵੱਡੀ ਗੱਲ ਏ। ਅੱਜ ਵੀ ਜਦੋਂ ਸਾਡੇ ਤੇ ਕੋਈ ਵਿਪਤਾ ਆਉਂਦੀ ਹੈ ਨਾ, ਸਭ ਤੋਂ ਪਹਿਲਾਂ ਬੰਦੇ ਦਾ ਵਿਸ਼ਵਾਸ ਡੋਲਦਾ ਹੈ। ਪਰ ਵਾਰੇ ਜਾਈਏ, ਬਲਿਹਾਰੇ ਜਾਈਏ, ਸਾਡੇ ਪੁਰਖਿਆਂ ਤੇ, ਸਾਡੀ ਕੌਮ ਤੇ ਸਿਰ ਦੇ ਉੱਤੇ ਮੌਤ ਟਕਰਾਉਂਦੀ ਪਈ ਏ, ਪਰ ਉਹ ਸਿੰਘ ਡਰਦੇ ਨਹੀਂ ਗੇ। ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਗੁਰ ਬਚਨਨ ਕੀ ਉਨਕੋ ਆਸ, ਯਹੀ ਖਜ਼ਾਨਾ ਸਿੰਘਣ ਪਾਸ। ਕਹਿੰਦੇ ਸਿੰਘਾਂ ਦੇ ਕੋਲੇ ਇਹੀ ਖਜ਼ਾਨਾ ਆ। ਕੌਮ, ਉਹਨਾਂ ਨੂੰ, ਸਿੱਖਾਂ ਨੂੰ ਪਤਾ ਸੀ ਸਾਡਾ ਗੁਰੂ ਕਹਿ ਕੇ ਗਿਆ ਆ ਰਾਜ ਕਰੇਗਾ ਖਾਲਸਾ। ਸਾਧ ਸੰਗਤ ਜੀ ਅੱਜ ਵੀ ਇਹ ਗੱਲ ਚੇਤੇ ਰੱਖ ਲਈਏ, ਸਾਡਾ ਗੁਰੂ ਕਹਿ ਕੇ ਗਿਆ ਰਾਜ ਕਰੇਗਾ ਖਾਲਸਾ। ਸਾਨੂੰ ਅਟੁੱਟ ਵਿਸ਼ਵਾਸ ਹੈ ਵੀ ਗੁਰੂ ਨੇ ਖਾਲਸੇ ਨੂੰ ਰਾਜ ਬਖਸ਼ਣਾ ਹੀ ਹੈ। ਇਸੇ ਕਰਕੇ ਉਹਨਾਂ ਦੇ ਇਸੇ ਵਿਸ਼ਵਾਸ ਨੇ ਅੱਧੀ ਤੋਂ ਵੱਧ ਕੌਮ ਸ਼ਹੀਦ ਹੋ ਗਈ, ਪਰ ਉਹਨਾਂ ਦੇ ਇਸੇ ਵਿਸ਼ਵਾਸ ਨੇ ਉਹਨਾਂ ਨੂੰ ਰਾਜੇ ਬਣਾਤਾ। ਬਸ ਉਹਨਾਂ ਨੂੰ ਵਿਸ਼ਵਾਸ ਸੀ ਕਿ ਗੁਰੂ ਦੀ ਬਾਣੀ ਸਾਡੇ ਵਾਸਤੇ ਸਰਵੋਤਮ ਹੈ। ਇੱਥੋਂ ਤੱਕ ਆ ਉਹਨਾਂ ਨੂੰ ਇਹ ਵਿਸ਼ਵਾਸ ਸੀ, ਜਿਹੜੀ ਅਰਦਾਸ ਤੇ ਜਿਹੜੀ ਜਿਵੇਂ ਪਹਿਲਾਂ ਰਤਨ ਸਿੰਘ ਜੀ ਭੰਗੂ ਨੇ ਲਿਖੀ ਹੈ ਨਾ ਗੱਲ, ਕਹਿੰਦੇ ਜਦੋਂ ਵੀ ਕੋਈ ਮੁਸੀਬਤ ਬਣੇ ਨਾ, ਪਾਣ ਭੁਜੰਗੀ ਲੈ ਕੇ ਸਾਥ ਕਰਿਓ ਸਤਿਗੁਰੂ ਅੱਗੇ ਅਰਦਾਸ। 5 ਭੁਜੰਗੀ ਲੈ ਕੇ, 5 ਸਿੰਘ ਲੈ ਕੇ ਗੁਰੂ ਅੱਗੇ ਅਰਦਾਸ ਕਰਿਓ, ਤੁਹਾਡੇ ਕੰਮ ਸਵਾਰਨਗੇ। ਇਹ ਗੱਲ ਉਦੋਂ ਵੀ ਸੱਚ ਏ
1716 1720 ਚ ਅੱਜ ਵੀ 2020 300 ਸਾਲ ਬਾਅਦ ਗੁਰੂ ਦੇ ਬਚਨ ਨਹੀਂ ਮੁੱਕਦੇ। ਦੂਜੀ ਜਿਹੜੀ ਸਭ ਤੋਂ ਵੱਡਾ ਕਾਰਨ ਵੀ ਸਿੱਖ ਵਿਜੇਤੂ ਬਣੇ, ਦ ਸੈਕੰਡ ਥਿੰਗ ਸੀ ਚੜ੍ਹਦੀ ਕਲਾ। ਸਾਧ ਸੰਗਤ ਜੀ, ਚੜ੍ਹਦੀ ਕਲਾ ਇੱਕ ਐਵੇਂ ਦੀ ਚੀਜ਼ ਜਿਹੜੀ ਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਸਾਡੇ ਮਾੜੀ ਜੀ ਕੋਈ ਦਰਦ ਹੋ ਜੇ ਅਸੀਂ ਕਹਿੰਦੇ ਢੈਂਦੀ ਕਲਾ ਚ ਆ ਗਏ, ਪਰ ਉਹ ਸਿੰਘਾਂ ਨੂੰ ਕਹਿੰਦੇ ਨੇ, ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ, ਪਤਾ ਹੀ ਨਹੀਂ ਸੀ ਕਿ ਢੈਂਦੀ ਕਲਾ ਕੀ ਹੁੰਦੀ ਏ। ਉਹਨਾਂ ਨੂੰ ਸਭ ਇੱਕੋ ਹੀ ਪਤਾ ਸੀ ਕਿ ਚੜ੍ਹਦੀ ਕਲਾ ਕੀ ਹੁੰਦੀ। ਮੈਂ ਇੱਕ ਛੋਟੀ ਜੀ ਗੱਲ ਜਿਹੜੀ ਰਤਨ ਸਿੰਘ ਜੀ ਭੰਗੂ ਨੇ ਨਾ ਬੜੀ ਸੋਹਣੀ ਲਿਖੀ ਏ, ਮੈਂ ਆਪ ਜੀ ਨਾਲ ਉਹ ਸਾਂਝੀ ਕਰਦਾ। ਕਹਿੰਦੇ ਸਿੱਖ ਬਾਤ ਬਾਤ ਮੇ ਇਹ ਅਲੇ ਹੈ, ਜੋ ਗੁਰ ਕਹੇ ਸੋਈ ਹੋਏ ਹੈ। ਕਹਿੰਦੇ ਸਿੱਖਾਂ ਗੱਲ ਗੱਲ 'ਚ ਇਹੀ ਗੱਲ ਬੋਲਦੇ ਸੀ ਜਿਹੜੀ ਗੱਲ ਗੁਰੂ ਕਹਿ ਕੇ ਗਿਆ ਹੋਣੀ ਹੋਣੀ ਹੈ। ਦੁੱਖ ਸੁੱਖ ਵਾਰ ਨਫੋ ਨੁਕਸਾਨੇ, ਕਹਿੰਦੇ ਦੁੱਖ ਤੇ ਸੁੱਖ ਦਾ ਜਿਹੜਾ ਨੁਕਸਾਨ ਹੈ ਨਾ, ਭਾਣਾ ਗੁਰ ਕਾ ਖੁਸ਼ ਹੋਏ ਮਾਨੇ। ਕਹਿੰਦੇ ਸਹੀ ਗੁਰੂ ਦਾ ਭਾਣਾ ਖੁਸ਼ੀ ਹੋ ਕੇ ਮੰਨਦੇ ਆ। ਤੇ ਸਾਧ ਸੰਗਤ ਜੀ, ਚੜ੍ਹਦੀ ਕਲਾ ਇੰਨੀ ਸੀ, ਜਿਹੜੇ ਸਿੱਖ ਰੋਜ਼ ਚੌਪਈ ਸਾਹਿਬ ਦਾ ਪਾਠ ਕਰਦੇ ਨੇ ਨਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ। ਜਿਹੜੇ ਸਿੱਖ ਮੌਤ ਨੂੰ ਵੀ ਟੀਚਰ ਕਰਕੇ ਜਾਣ ਲਾਈਫ ਦੇ ਵਿੱਚ ਸਭ ਤੋਂ ਵੱਡਾ ਬੰਦੇ ਨੂੰ ਇੱਕ ਡਰ ਹੁੰਦਾ ਹੈ ਮੌਤ ਦਾ। ਅੱਜ ਕਰੋਨਾ ਵਾਇਰਸ ਹੈ, ਡਰ ਇਹ ਹੀ ਹੈ ਮੈਂ ਕਿਤੇ ਬਿਮਾਰ ਹੋ ਕੇ ਮਰ ਨਾ ਜਾਵਾਂ। ਸਬ ਕੌਨਸ਼ੀਅਸ ਇਹ ਡਰ ਸਾਡੇ ਚੱਲਦਾ ਪਿਆ। ਪਰ ਜਿਨ੍ਹਾਂ ਸਿੱਖਾਂ ਨੇ ਮੌਤ ਨੂੰ ਵੀ ਮਖੌਲ ਕਰਨਾ ਜਾਣ ਲਿਆ ਨਾ, ਉਹ ਕੌਮ ਕਦੀ ਵੀ ਹਾਰ ਨਹੀਂ ਸਕਦੀ। ਸਿੱਖ ਇੰਨੀ ਜ਼ਿਆਦਾ ਚੜ੍ਹਦੀ ਕਲਾ ਚ ਨੇ ਕਿ ਅੰਗਰੇਜ਼ ਲਿਖਾਰੀ ਫੋਸਟਰ ਲਿਖਦਾ ਆ, ਜੇ ਕਿਸੇ ਦੂਜੀ ਕੌਮ ਦਾ ਬੰਦਾ ਮਰ ਜਾਂਦਾ ਸੀ ਨਾ, ਜਿਨ੍ਹਾਂ ਨੇ ਸਾਹਮਣੇ ਚੀਜ਼ਾਂ ਲਿਖੀਆਂ ਉਹ ਲਿਖਦੇ ਪਏ ਨੇ, ਜੇ ਕਿਤੇ ਦੂਜੀ ਕੌਮ ਦਾ ਬੰਦਾ ਮਰ ਜਾਂਦਾ ਸੀ ਤਾਂ ਸਿੱਖ ਹੁੰਦੇ ਤੇ ਤਾਂ ਰੋ ਲੈਂਦੇ ਸੀ, ਪਰ ਜਦੋਂ ਕੋਈ ਆਪਦੀ ਕੌਮ ਦਾ ਸਿੰਘ ਸ਼ਹੀਦ ਹੁੰਦਾ ਸੀ ਅੱਖਾਂ 'ਚ ਅਥਰੂ ਨਹੀਂ ਵਟਾਉਂਦੇ ਤੇ ਕਹਿੰਦੇ ਸੀ ਚੜ੍ਹਦੀ ਕਲਾ, ਕਹਿੰਦੇ ਚੜ੍ਹਾਈ ਕਰ ਗਿਆ। ਤੇ ਉਸ ਸਮੇਂ ਸਿੱਖਾਂ ਨੇ ਜਿਹੜੇ ਆਪਦੇ ਬੋਲੇ ਵੀ ਬਣਾਏ ਨੇ। ਸਾਧ ਸੰਗਤ ਜੀ, ਆਪ ਜੀ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਬੋਲੇ ਕੀ ਬਣਾਏ ਨੇ। ਚੋਲਿਆਂ ਨੂੰ ਕੀ ਕਹਿੰਦੇ ਨੇ? ਬਦਾਮ। ਚੱਕੀ ਤੋਂ ਆਟਾ ਜਿਹੜਾ ਆਪਾਂ ਆਟਾ ਪੀਣਾ ਹੁੰਦਾ ਹੈ ਨਾ, ਉਹ ਮਿਹਨਤ ਵਾਲਾ ਕੰਮ ਹੈ, ਤੇ ਉਹਨੂੰ ਕਹਿੰਦੇ ਫਿਰਨੀ ਦੀ ਸਵਾਰੀ ਕਰਨ ਗਿਆ। ਹਰੇ ਘਾਹ ਨੂੰ ਕਹਿੰਦੇ ਨੇ ਹਰਾ ਪਲਾਓ। ਵੇਖੋ ਸਿੱਖਾਂ ਦੇ ਸ਼ਬਦ। ਜੇ ਕਿਤੇ ਪਿਸ਼ਾਬ ਕਰਨ ਜਾਣਾ, ਕਹਿੰਦੇ ਚੀਤਾ ਭਜਾਉਣ ਚੱਲੇ ਆ। ਜੇ ਕਿਤੇ ਤੇ ਸਿੰਘ ਸ਼ਹੀਦ ਹੋ ਗਿਆ, ਸਿੰਘ ਚੜ੍ਹਾਈ ਕਰ ਗਿਆ ਆ, ਤੇ ਸਭ ਤੋਂ ਸਿਰਾ ਕੱਲੇ ਕੱਲੇ ਨੂੰ ਕਹਿੰਦੇ 1.25 ਲੱਖ। ਭੁੱਖਾ ਸਿੰਘ ਕੜਾਕਾ ਕੱਢਦਾ ਪਿਆ ਆ। ਐਡੀ ਚੜ੍ਹਦੀ ਕਲਾ ਵਾਲੇ ਸਿੱਖਾਂ ਨੇ ਉਦੋਂ ਸ਼ਬਦ ਦਿੱਤੇ ਨੇ। ਉਹ ਕੀ ਏ? ਕਿਤੇ ਢੈਂਦੀ ਕਲਾ ਨਾ ਆ ਜੇ। ਅੱਜ ਅਸੀਂ ਹਮੇਸ਼ਾ ਕਹਿੰਦੇ ਆ ਵੀ ਰੀਡ ਸੋ ਮਚ ਸੈਲਫ ਮੋਟੀਵੇਸ਼ਨ, ਮੈਨੂੰ ਢੈਂਦੀ ਕਲਾ ਆ ਗਈ ਏ, ਮੈਂ ਡਿਪਰੈਸ਼ਨ 'ਚ ਆ। ਪਰ ਕੌਮ ਜਦੋਂ ਬੰਦੇ ਦੇ ਸਿਰ ਤੇ ਮੌਤ ਹੋਵੇ ਤੇ ਉਹਨੂੰ ਵੀ ਮਖੌਲਾਂ ਕਰਕੇ ਜਾਵੇ, ਇਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਇੱਕ ਵਾਕਿਆ ਮੈਂ ਆਪਦੇ ਸਾਂਝਾ ਕਰਦਾ। ਘਨਈਆ ਮਿਸਲ ਦੇ ਸਰਦਾਰ ਹਕੀਕਤ ਸਿੰਘ ਨਾ, ਕਹਿੰਦੇ ਵਿਹੜੇ 'ਚ ਸੁੱਤੇ ਪੈਣੇ, ਬਾਹਰ ਉੱਤੋਂ ਬੱਦਲ ਗਰਜਿਆ, ਸ਼ਿਸ਼ਤ ਬਣ ਕੇ ਉੱਤੇ ਨੂੰ ਗੋਲੀ ਮਾਰੀ ਬੱਦਲਾਂ ਵੱਲ ਨੂੰ। ਸਿੰਘ ਭੱਜੇ ਆਏ, ਕਹਿੰਦੇ ਕਿਉਂ ਫਾਇਰ ਕੀਤਾ ਆ? ਕਹਿੰਦੇ ਮੈਂ ਤਾਂ ਵਾਪਸੀ ਜਵਾਬ ਦਿੱਤਾ ਆ। ਕਹਿੰਦੇ ਕਿਵੇਂ? ਕਹਿੰਦੇ ਕੋਈ ਗਰਜੇ ਤੇ ਸਿੰਘ ਕੋ ਜਵਾਬ ਨਾ ਦੇਵੇ, ਬੱਦਲਾਂ ਵੱਲ ਗੋਲੀ ਚਲਾ ਕੇ ਮਾਰੀ। ਕਹਿੰਦੇ ਜਦੋਂ ਕੋਈ ਸਾਨੂੰ ਆ ਕੇ ਗਰਜ ਕੇ ਕਵੇ ਤੇ ਸਿੱਖ ਅੱਗੋਂ ਨੂੰ ਜਵਾਬ ਨਾ ਦੇਣ, ਇਹ ਕਿਵੇਂ ਹੋ ਸਕਦਾ ਹੈ? ਇਹ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਜਦੋਂ ਕੌਮ ਨੇ ਇੰਨੇ ਔਖੇ ਸਮੇਂ ਦੇ ਵਿੱਚ ਵੀ ਇਹ ਚੜ੍ਹਦੀ ਕਲਾ ਕਰਕੇ ਵਿਖਾਈ। ਅੱਜ ਇਸ ਔਖੇ ਟਾਈਮ ਦੇ ਵਿੱਚ ਵੀ ਕਾਰਨ ਆ ਅਸੀਂ ਉਹ ਚੜ੍ਹਦੀ ਕਲਾ ਨੂੰ ਵੇਖੀਏ ਕਿ ਸਾਡੇ ਪਿਤਾ ਪੁਰਖਿਆਂ ਨੇ ਕਿਵੇਂ ਚੜ੍ਹਦੀ ਕਲਾ ਵਿਖਾਈ ਹੈ। ਨਿੱਕੀ ਜੀ ਗੱਲ ਹੋ ਜਾਂਦੀ, ਮੈਂ ਖੁਦ ਆਪਣੇ ਲਾਈਫ 'ਚ ਵੇਖਦਾ, ਹਿੰਮਤ ਹਾਰ ਜੀ ਦੀ ਏ, ਜੋਬ ਨਹੀਂ ਮਿਲੀ, ਆ ਨਹੀਂ ਹੋਇਆ। ਉਹ ਅਸੀਂ ਉਸ ਗੁਰੂ ਦੇ ਪੁੱਤਾਂ ਜਿਨੇ ਚੜ੍ਹਦੀ ਕਲਾ ਬਖਸ਼ੀ। ਚੜ੍ਹਦੀ ਕਲਾ ਸਾਡੇ ਪੰਜਾਬ ਦੇ ਲੱਖਾਂ ਸ਼ਹੀਦੀਆਂ ਕਰਾ ਕੇ ਵੀ ਕਦੀ ਢੈਂਦੀ ਕਲਾ ਨਹੀਂ ਲੈ ਕੇ ਆਂਦੀ। ਉਸ ਤੋਂ ਬਾਅਦ ਜਿਹੜੀ ਤੀਜੀ ਸਭ ਤੋਂ ਵੱਡੀ ਉਹਨਾਂ ਦੇ ਵਿੱਚ ਬੜਾ ਵੱਡਾ ਗੁਣ ਸੀ, ਜਿੰਦੇ ਕਰਕੇ ਸਿੱਖਾਂ ਨੇ ਇਹ ਜਿੱਤ ਪ੍ਰਾਪਤ ਕੀਤੀ, ਉਹ ਸੀ ਉਸ ਸਮੇਂ ਦੇ ਜਿਹੜੇ ਸਿੱਖ ਬਾਬਾ ਬੰਦਾ ਸਿੰਘ ਜੀ ਸ਼ਹੀਦ ਤੋਂ ਹੋਣ ਤੋਂ ਬਚ ਗਏ ਸਨ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ। ਜਿਵੇਂ ਦੀਵਾਨ ਦਰਬਾਰਾ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ 5 ਸਿੰਘਾਂ ਵਿੱਚ ਸਨ ਜਿਨ੍ਹਾਂ ਨੂੰ ਗੁਰੂ ਕਲਗੀਧਰ ਜੀ ਨੇ ਨੰਦੇੜ ਦੇ ਵਿੱਚ ਪੰਥ ਕਹਿ ਕੇ ਸਤਿਕਾਰ ਦਿੱਤਾ ਸੀ। ਨਵਾਬ ਕਪੂਰ ਸਿੰਘ ਜੀ ਫੈਜ਼ਲਪੁਰੀਆ, ਇਹ ਸਾਰੇ ਸਿੱਖ ਉਹ ਸਨ ਜਿਹੜੇ ਕਿਤੇ ਨਾ ਕਿਤੇ ਗੁਰੂ ਦੇ ਨਾਲ ਗੁਰੂ ਦੇ ਸਮੇਂ ਵਿੱਚ ਸਨ। ਚਾਹੇ ਨਵਾਬ ਕਪੂਰ ਸਿੰਘ ਛੋਟੇ ਸਨ, ਪਰ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ, ਇਹ ਸਾਰੇ ਸਿੱਖ ਉਹ ਸਨ ਜਿਹੜੇ ਗੁਰੂ ਦੇ ਨਾਲ ਰਹੇ ਨੇ। ਤੇ ਇਹਨਾਂ ਤੋਂ ਹੀ ਅੱਗੇ ਜਿਹੜੀ ਜੋਤ ਜਿਹੜੀ
ਇਹਨਾਂ ਦੇ ਵਿੱਚ ਜਾਗ ਸੀ, ਇਹਨਾਂ ਸਿੱਖਾਂ ਦੇ ਵਿੱਚ ਜਾਗ ਲੱਗੀ ਹੋਈ ਸੀ। ਜੋ ਤਾਂ ਗੁਰੂ ਗ੍ਰੰਥ ਸਾਹਿਬ 'ਚ ਚਲ ਗਈ, ਪਰ ਇੱਕ ਗੁਰੂ ਦੀ ਜਾਗ ਸੀ। ਇਹਨਾਂ ਨੇ ਅੱਗੇ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜੈ ਸਿੰਘ ਕਨਈਆ, ਕਿਉਂਕਿ ਜਦੋਂ ਕਿਤੇ ਗੁਰੂ ਦੇ ਨਾਲ ਸੰਬੰਧ ਹੁੰਦਾ ਹੈ ਨਾ, ਉਸ ਤੋਂ ਅੱਗੇ ਕੰਮ ਬਹੁਤ ਛੇਤੀ ਚੱਲਦਾ ਆ। ਤੇ ਉਹ ਜਦੋਂ ਫਸਟ ਹੈਂਡ ਐਕਸਪੀਰੀਅੰਸ ਸੀ ਉਹਨਾਂ ਨੇ ਉਹ ਦਿੱਤਾ। ਇਸੇ ਲਈ ਉਸ ਔਖੇ ਸਮੇਂ ਦੇ ਵਿੱਚ ਵੀ ਉਹ ਸਿੱਖਾਂ ਨੂੰ ਕਦੀ ਵੀ ਢਹਿੰਦੀ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡਾ ਗੁਰੂ ਸਾਨੂੰ ਕਹਿ ਕੇ ਗਿਆ ਹੈ। ਫਸਟ ਐਕਸਪੀਰੀਅੰਸ ਸੀ, ਗੁਰੂ ਨਾਲ ਰਹਿਣ ਦਾ ਐਕਸਪੀਰੀਅੰਸ ਸੀ, ਇਸ ਲਈ ਔਖੇ ਸਮੇਂ ਨੂੰ ਵੀ ਉਹਨਾਂ ਨੇ ਕੱਢ ਲਿਆ। ਉਸ ਤੋਂ ਬਾਅਦ ਚੌਥੀ ਗੱਲ ਉਹ ਸੀ ਸਿੱਖਾਂ ਦਾ ਆਪਸੀ ਪਿਆਰ। ਕਹਿੰਦੇ ਨੇ ਜਿਸ ਸਮੇਂ ਜ਼ਕਰੀਆ ਨੂੰ ਨਾਦਰ ਸ਼ਾਹ ਨੇ ਪੁੱਛਿਆ ਨਾ ਵੀ ਇਹ ਇੰਨਾ ਔਖਾ ਟਾਈਮ ਕਿਵੇਂ ਕੱਢ ਲੈਂਦੇ ਨੇ, ਤੇ ਜ਼ਕਰੀਆ ਕਹਿੰਦਾ ਸਿੱਖ ਸਿੱਖ ਕੇ ਹੇਤ ਪਿਆਰ ਕੋਈ ਨਾ ਕਰੇ ਕਿਸੇ ਸ਼ਰੀਕਾ। ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਇਹ ਕਦੀ ਵੀ ਸ਼ਰੀਕਾ ਹੀ ਨਹੀਂ ਕਰਦੇ ਇੱਕ ਦੂਜੇ ਨਾਲ। ਅਸੀਂ ਤਾਂ ਇੱਕ ਦੂਜੇ ਨਾਲ ਵੱਢ ਖਾਣ ਨੂੰ ਕਈ ਵਾਰ ਪੈ ਜਾਂਦੇ ਆ ਨਾ, ਤਾਂ ਤੇ ਕੌਮ ਗਲਤ ਪਾਸੇ ਤੁਰ ਪੈਂਦੀ, ਆਪਦੇ ਇਹਨੂੰ ਅੱਗੇ ਰੱਖ ਕੇ ਤੁਰਦੇ ਆ। ਪਰ ਉਹ ਕਹਿੰਦੇ ਨੇ ਸਿੱਖ ਸਿੱਖ ਨਾਲ ਪਿਆਰ ਹੀ ਇੰਨਾ ਕਰਦੇ ਨੇ, ਇੰਨਾ ਹੇਤ ਕਰਦੇ ਨੇ ਕਿ ਉਹ ਛੇਤੀ ਨਾਲ ਕਿਸੇ ਦਾ ਗੱਲ ਦਾ ਬੁਰਾ ਨਹੀਂ ਮਨਾਉਂਦੇ। ਜੇ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਨਾ, ਉਹਨੂੰ ਆਪਸ 'ਚ ਬਹਿ ਕੇ ਸੁਲਝਾ ਲੈਂਦੇ ਨੇ। ਪਰ ਉਹਨਾਂ ਲਈ ਉਚੇਰੀ ਗੱਲ ਹੈ ਵੀ ਪੰਥ ਨੂੰ ਉੱਚੇ ਲੈ ਕੇ ਜਾਣਾ, ਮੈਂ ਪੰਥ ਨੂੰ ਉੱਤੇ ਲੈ ਕੇ ਜਾਣਾ ਆ, ਪੰਥ ਨੂੰ ਨਹੀਂ। ਸੋ ਸਿੱਖ ਦਾ ਸਿੱਖੀ ਨਾਲ ਪਿਆਰ, ਇਹ ਚਾਰੇ ਉਹ ਗੱਲਾਂ ਹੀ ਨੇ ਜਿਹੜੀਆਂ ਉਦੋਂ ਵੀ ਸੱਚ ਸੀ ਔਰ ਸਾਧ ਸੰਗਤ ਜੀ ਅੱਜ ਵੀ ਸੱਚ ਨੇ। ਪੰਜਵੀਂ ਗੱਲ ਉਹ ਸੀ ਸਿੱਖ ਧਰਤੀ ਦੇ ਜਾਣੂ ਪੁੱਤਰ ਸਨ। ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਇੱਥੇ ਅਸੀਂ ਲੁਕ ਸਕਦੇ ਹਾਂ, ਇੱਥੇ ਲੁਕ ਸਕਦੇ ਹਾਂ, ਇੱਥੇ ਜਾ ਸਕਦੇ ਹਾਂ, ਇੱਥੇ ਜਾ ਸਕਦੇ ਹਾਂ। ਜਿਹੜੀ ਆਰਮੀ ਫੜਨ ਆਉਂਦੀ ਸੀ ਨਾ, ਉਹਨਾਂ ਨੂੰ ਪੰਜਾਬ ਦੇ ਚੱਪੇ ਚੱਪੇ ਬਾਰੇ ਨਹੀਂ ਸੀ ਪਤਾ ਹੈਗਾ ਕਿ ਇਹ ਕਿਹੜੇ ਪਾਸੇ ਨੂੰ ਹੋਏਗੀ। ਹੁਣ ਜਿਵੇਂ ਇੱਕ ਸਿੱਖ ਲਖਮੀਰ ਸਿੰਘ, ਉਹ ਕਹਿੰਦੇ ਬਗਿਆੜ ਤੇ ਸ਼ੇਰ ਜਿੱਥੇ ਰਹਿੰਦੇ ਸੀ ਨਾ, ਉੱਥੇ ਹੀ ਟੋਭਾ ਕੱਢ ਕੇ ਚਲੇ ਗਏ ਸੀ, ਉੱਥੇ ਰਹਿ ਪਏ ਸੀ ਜਾ ਕੇ। ਉਹਨਾਂ ਨੂੰ ਪਤਾ ਸੀ ਇਹਨਾਂ ਥਾਵਾਂ ਦਾ ਵੀ ਇਹ ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਅਸੀਂ ਜਾ ਕੇ ਲੁਕ ਸਕਦੇ ਹਾਂ। ਕਿਤੇ ਵੀ ਮੁਹਿੰਮ ਦੇ ਵਿੱਚ ਸਫਲ ਹੋਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਆਹ ਥਾਵਾਂ ਸਾਡੇ ਵਾਸਤੇ ਇੱਕ ਬਹੁਤ ਵਧੀਆ ਨੇ, ਜਿੱਥੇ ਅਸੀਂ ਰਹਿ ਸਕਦੇ ਹਾਂ, ਲੁਕ ਸਕਦੇ ਹਾਂ, ਅਟੈਕ ਕਰ ਸਕਦੇ ਹਾਂ। ਇਸ ਤੋਂ ਅਗਲਾ ਕਾਰਨ ਸਿੱਖ ਕਿਉਂ ਕਾਮਯਾਬ ਹੋਏ, ਸ਼ਹਿਨਸ਼ਾਹੀ ਖੁਦੀ ਕੋ ਭਾਖਤ। ਪ੍ਰੋਫੈਸਰ ਪੂਰਨ ਸਿੰਘ ਜੀ, ਪ੍ਰਿੰਸੀਪਲ ਸਰਬੀਰ ਸਿੰਘ ਜੀ ਲਿਖਦੇ ਨੇ, ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਕਹਿੰਦੇ ਪੰਜਾਬ ਦੇ ਜਿਹੜੇ ਸਿੱਖ ਨੇ ਨਾ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਇਹ ਪਤਾ ਆ ਵੀ ਇਹ ਪੰਜਾਬ ਸਾਡਾ ਆ। ਕਹਿੰਦੇ ਨੇ ਜਦੋਂ ਦੌਲਤ ਰਾਏ ਨੇ ਮਹਾਰਾਜ ਦੇ ਨਾਲ, ਗੁਰੂ ਨਾਨਕ ਸਾਹਿਬ ਦੇ ਸਮੇਂ ਦੌਲਤ ਰਾਏ ਆ, ਉਹਨੇ ਕਿਹਾ ਆ ਪੰਜਾਬ ਦੇਸ਼ ਆਇਓ ਨਾਨਕ ਕੇ ਹਾਥ। ਕਹਿੰਦਾ ਜਿਹੜਾ ਪੰਜਾਬ ਦੇਸ਼ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦਾ ਹੀ ਹੈ। ਔਰ ਇੱਥੋਂ ਤੱਕ ਵੀ ਮੈਂ ਪੜ੍ਹਿਆ ਆ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਥਾਂ ਤੇ ਸਿੱਖਾਂ ਨੂੰ ਖੁਸ਼ ਹੋ ਕੇ ਪੁੱਛਿਆ, ਮੰਗੋ ਕੀ ਮੰਗਦੇ ਹੋ? ਉਹ ਕਹਿੰਦੇ ਸਾਨੂੰ ਪੰਜਾਬ ਦੇ ਦਿਓ। ਦਿਸ ਇਜ਼ ਵੈਰੀ ਇੰਟਰਸਟਿੰਗ ਥਿੰਗ ਸਾਧ ਸੰਗਤ ਜੀ। ਅੱਜ ਵੀ ਅਸੀਂ ਕਿਤੇ ਵੀ ਬੈਠੇ ਆ ਨਾ, ਮੇਰੇ ਵਰਗਾ ਸਿੱਖ ਇੱਥੇ ਬੈਠਾ ਆ, ਕੋਈ ਇੱਥੇ ਬੈਠਾ ਆ, ਕੋਈ ਕਿਤੇ ਬੈਠਾ ਆ, ਸਾਡੇ ਦਿਲਾਂ 'ਚ ਪੰਜਾਬ ਵਾਸਤੇ ਇੱਕ ਤੜਪ ਹੈ, ਸਾਰਿਆਂ ਦੇ ਮਨਾਂ 'ਚ ਹੈ। ਕਾਰਨ ਪੰਜਾਬ ਸਾਡਾ ਹੈ, ਇਹ ਗੁਰੂ ਦੀ ਦਿੱਤੀ ਸਾਨੂੰ ਚੀਜ਼ ਏ। ਕਹਿੰਦੇ ਨੇ ਸ਼ਹੀਦ ਗੁਰਬਖਸ਼ ਸਿੰਘ ਜੀ ਜਿਹੜੇ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ 'ਚ, ਕਹਿੰਦੇ ਹਮੇ ਤੋਂ ਬੱਚਿਓ, ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਆ, ਸਾਡੇ ਕੋਲ ਤਾਂ ਇਕੱਲਾ ਪੰਜਾਬ ਬਚਿਆ ਆ, ਦੱਖਣੀ ਪੂਰਬੀ ਕਿਮ ਲੁੱਟ ਜਾਹੇ। ਕਹਿੰਦੇ ਇਹਨਾਂ ਨੂੰ ਕਿਵੇਂ ਲੁੱਟ ਕੇ ਲੈ ਜਾਣਗੇ, ਸਾਡੇ ਹਿੱਸੇ ਦਾ ਇਕੱਲਾ ਆ ਹੀ ਪੰਜਾਬ ਏ, ਅਸੀਂ ਨਹੀਂ ਨਾ ਲੁੱਟਣ ਦੇ ਸਕਦੇ। ਕਹਿੰਦੇ ਸਿੱਖਾਂ ਦੀ ਨਾ ਇੱਥੇ ਚੜ੍ਹਦੀ ਕਲਾ ਵੇਖੋ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕ੍ਰਿਤ ਕਰਤਾਕਾਰ ਜਿਹੜੇ ਭਾਈ ਰਤਨ ਸਿੰਘ ਜੀ ਭੱਗੂ ਕਹਿੰਦੇ ਨੇ, ਇਹ ਪੰਜਾਬ ਸਾਡਾ ਆ। ਕਹਿੰਦੇ ਨੇ ਅਸੀਂ ਇਸ ਜਗ੍ਹਾ ਦੇ ਮਾਲਕ ਆ ਤੇ ਅਸੀਂ ਇੱਥੇ ਸਾਰੀ ਉਮਰ ਰਹਿਣਾ। ਕਹਿੰਦੇ ਆਪਸ ਕੋ ਗਣਤ ਅਬਨਾਸੀ, ਔਰਨ ਕੋ ਜੂਨ 84, ਜੀਵ 84। ਕਹਿੰਦੇ ਅਸੀਂ ਅਬਨਾਸੀ ਆ, ਅਸੀਂ ਨਹੀਂ ਮਰਦੇ। ਵੇਖੋ ਚੜ੍ਹਦੀ ਕਲਾ ਤੇ ਪੰਜਾਬ ਦੇ ਆਪ ਦਾ ਉਹਨਾਂ ਦਾ ਅਧਿਕਾਰ। ਜਿਹੜੇ ਦੂਜੇ ਲੋਕ ਨੇ ਉਹ 84 ਦੀ ਏੜ ਗੇੜ 'ਚ ਨੇ, ਪਰ ਸਾਨੂੰ ਗੁਰੂ ਤੇ ਵਿਸ਼ਵਾਸ ਇਹ ਸਾਡਾ ਆ। ਇਸੇ ਲਈ ਇਸ ਅਟੁੱਟ ਵਿਸ਼ਵਾਸ ਨੇ ਪੰਜਾਬ ਦੇ ਉੱਤੇ ਉਹਨਾਂ ਨੂੰ ਪੰਜਾਬ ਦੇ ਰਾਜੇ ਬਣਾਇਆ ਸਾਧ ਸੰਗਤ ਜੀ। ਉਸ ਤੋਂ ਅਗਲੀ ਜਗ੍ਹਾ ਜੰਗੀ ਫਾਈਟਿੰਗ, ਗੁਰੀਲਾ ਵਾਰ ਟੈਕਟਿਕਸ। ਸਿੱਖ ਗੁਰੀਲਾ ਵਾਰ ਕਰਦੇ ਸੀ। ਕਿਵੇਂ? ਹਮਲਾ ਕੀਤਾ, ਰਾਤੀ ਹਮਲਾ ਕੀਤਾ, ਦਿਨੇ ਸੌਂ ਗਏ, ਪਾਸੇ ਆਪਣੇ ਨੂੰ ਮੰਨ ਲਓ ਸੌਂ ਨਹੀਂ ਗਏ, ਲੁਕ ਗਏ। ਫੌਜ ਜਾਂਦੀ ਪਈ ਏ, ਝਾੜੀਆਂ ਚੋਂ ਨਿਕਲੇ, ਘੋੜੇ ਦੌੜਾ ਕੇ ਹਮਲਾ ਕੀਤਾ,
ਮਾਲ ਸਬਾਬ ਆਪਣੇ ਹੱਥ ਕੀਤਾ ਤੇ ਭੱਜ ਕੇ ਚਲੇ ਗਏ। ਕਹਿੰਦੇ ਨੇ ਬਾਬਰ 100 ਮੀਲ ਇੱਕੋ ਹੀ ਅੱਕ ਵਾਰੀ ਘੋੜੇ ਤੇ ਬਹਿ ਕੇ ਕੱਢ ਲੈਂਦਾ ਸੀ, ਪਰ ਜ਼ਕਰੀਆ ਕਹਿੰਦਾ ਇੱਥੇ ਇੱਕ ਇੱਕ ਸਿੱਖ 100 ਮੀਲ ਕੱਲਾ ਘੋੜੇ ਤੇ ਚੜ ਕੇ ਚਲਾ ਜਾਂਦਾ ਆ। ਤੇ ਉਸ ਕੌਮ ਨੂੰ ਹਰਾਉਣਾ ਕਿੰਨਾ ਔਖਾ ਹੋਏਗਾ ਜਿਨ੍ਹਾਂ ਦੇ ਘਰ ਬਾਟ ਹੀ ਘੋੜਿਆਂ ਦੀਆਂ ਕਾਠੀਆਂ ਤੇ ਨੇ। ਨਾਦਰ ਸ਼ਾਹ ਨੇ ਜ਼ਕਰੀਆ ਨੇ ਇੱਕ ਗੱਲ ਕਹੀ ਸਾਧ ਸੰਗਤ ਜੀ। ਨਾਦਰ ਸ਼ਾਹ ਕਹਿੰਦਾ ਤੂੰ ਇਹਨਾਂ ਨੂੰ ਅੱਗ ਕਿਉਂ ਨਹੀਂ ਲਾ ਦਿੰਦਾ? ਕਹਿੰਦਾ ਮੈਂ ਕਿਵੇਂ ਲਾਵਾਂ, ਇਹਨਾਂ ਦਾ ਘਰ ਹੀ ਘੋੜੇ ਦੀਆਂ ਕਾਠੀਆਂ ਤੇ ਆ। ਜਿਨ੍ਹਾਂ ਕੌਮਾਂ ਦਾ ਘਰ ਹੀ ਘੋੜੇ ਦੀਆਂ ਕਾਠੀਆਂ ਤੇ ਹੋਵੇ ਸਾਧ ਸੰਗਤ ਜੀ, ਉਹਨਾਂ ਨੂੰ ਅਸੀਂ ਕਿਵੇਂ ਹਰਾ ਸਕਦੇ ਆ? ਮੈਂ ਇੱਕ ਗੱਲ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ, ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਲਿਖੀ ਹੈ। ਕਹਿੰਦਾ ਸੋਵਤ ਫਿਰਤੇ ਤੁਰਤੇ ਖੇ ਹੈ, ਪੀਠ ਲਗਾਏ ਨਾ ਤਰ ਪਰਸੋਂ ਹੈ। ਕਹਿੰਦੇ ਅਸੀਂ ਇਹਨਾਂ ਨੂੰ ਕਦੀ ਸੌਂਦੇ ਨਹੀਂ ਵੇਖਿਆ, ਕਦੀ ਪਿੱਠ ਰੱਖ ਕੇ ਕਿਤੇ ਸੁੱਤੇ ਵੀ ਹੋਣ, ਇਹ ਤਾਂ ਬਸ ਤੁਰੇ ਹੀ ਫਿਰਦੇ ਨੇ ਘੋੜੇ ਦੀਆਂ ਕਾਠੀਆਂ ਤੇ। ਤੇ ਕਹਿੰਦੇ ਨੇ ਮੁਗਲਾਂ ਦਾ ਹਾਲ ਕੀ ਸੀ, ਉਹਨਾਂ ਦੇ ਕੰਡਾ ਚੁੱਭਦਾ ਸੀ ਤੇ ਹਾਏ ਮਾਂ ਕਹਿੰਦੇ ਸੀ। ਦੁੱਖ ਦਾਰੂ ਸੁਖ ਰੋਗ ਪਿਆ। ਗੁਰੂ ਰਾਮਦਾਸ ਜੀ ਕਹਿੰਦੇ ਨੇ ਦੁੱਖ ਵਿੱਚ ਸੁਖ ਮਨਾਈ। ਕਹਿੰਦੇ ਜਦੋਂ ਅਸੀਂ ਦੁੱਖ ਨੂੰ ਸੁੱਖ ਮੰਨ ਲੈਂਦੇ ਨਾ, ਐਂਡ ਇਹ ਗੱਲ ਅੱਜ ਵੀ ਓਨੀ ਰੈਲੀਵੈਂਟ ਹੈ। ਮੈਂ ਪਹਿਲਾਂ ਹੀ ਕਹਿ ਰਿਹਾ ਸਾਧ ਸੰਗਤ ਜੀ, ਇਤਿਹਾਸ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਕੱਲੀ ਨੌਲੇਜ ਹੋ ਜਾਏ। ਅਸੀਂ ਇਤਿਹਾਸ ਤੋਂ ਕੀ ਸੁੱਖਦੇ ਹਾਂ? ਅੱਜ ਪੈਂਡੇਮਿਕ ਫੈਲਿਆ ਹੋਇਆ, ਕਰੋਨਾ ਵਾਇਰਸ ਆ, ਅੱਜ ਸਾਡੇ ਤੇ ਮੁਸ਼ਕਲਾਂ ਨੇ, ਪਰ ਅਸੀਂ ਕਿਉਂ ਹਾਰ ਜਾਂਦੇ ਹਾਂ? ਅਸੀਂ ਕਿਉਂ ਭੁੱਲ ਜਾਂਦੇ ਹਾਂ? ਅਸੀਂ ਉਹਨਾਂ ਸਿੱਖਾਂ ਦੇ ਵਾਰਿਸ ਹਾਂ ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜ਼ਿੰਦਗੀ ਗੁਜ਼ਾਰੀ ਏ। ਪਰ ਮੈਂ ਇੱਕ ਗੱਲ ਕਹਾਂ, ਅਸੀਂ ਉਹਨਾਂ ਦੇ ਤਾਂ ਹੀ ਵਾਰਿਸ ਕਹਿਲਾਵਾਂਗੇ ਜੇ ਅਸੀਂ ਵੀ ਉਹ ਜਜ਼ਬਾ, ਉਹ ਵਿਸ਼ਵਾਸ ਵਿਖਾਈਏ। ਇਸ ਤੋਂ ਅਗਲਾ ਕਾਰਨ, 2 ਕਾਰਨ ਇਸ ਤੋਂ 3 ਕਾਰਨ ਇਸ ਤੋਂ ਬੜੇ ਮਹਾਨ ਨੇ, ਉਹ ਸਮਾਪਤੀ ਕਰਨੀ। ਉਸ ਤੋਂ ਬਾਅਦ ਬਾਣੀ ਤੇ ਅਸੂਲ। ਸਿੱਖਾਂ ਦਾ ਜਿਹੜੀ ਸਾਰੀ ਜਥੇਬੰਦੀ ਸੀ ਨਾ ਸਾਧ ਸੰਗਤ ਜੀ, ਉਹ ਅਸੂਲਾਂ ਤੇ ਬਾਣੀ ਤੇ ਖੜੀ ਸੀ। ਬਾਣੀ ਤੇ ਸੰਗਤ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਗੱਲ ਸਿਖਾਤੀ ਸੀ ਵੀ ਗੁਰੂ ਮਹਾਰਾਜ ਦਾ ਸਤਿਕਾਰ ਕਿਵੇਂ ਕਰਨਾ ਆ। ਆਪ ਥੱਲੇ ਪਲੰਗ ਦੇ ਉੱਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲਾਂ ਜਦੋਂ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਦਾ ਸਮਾਂ ਸੀ, ਆਪਣੇ ਪੁੱਤਰ ਪਰਿਵਾਰਾਂ ਨੂੰ ਬਾਅਦ ਵਿੱਚ ਉਹਨਾਂ ਨੇ ਸਾਰੇ ਸਿੱਖਾਂ ਨੂੰ ਕਿਹਾ ਜਾਣ ਨੂੰ, ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੋਂ ਪਾਸੇ ਕਰਵਾਇਆ ਤਾਂ ਕਿ ਜਦੋਂ ਮੁਗਲ ਹਮਲਾ ਕਰਨ ਆਏ ਨੇ ਤੇ ਕਿਤੇ ਮਹਾਰਾਜ ਜੀ ਦਾ ਨੁਕਸਾਨ ਨਾ ਹੋਵੇ। ਇਹ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕੀਤੀ। ਕਹਿਣ ਤੋਂ ਭਾਵ ਬਾਣੀ ਤੇ ਸੰਗਤ ਦੀ ਜਿਹੜੀ ਗੱਲ ਸੀ, ਇਹ ਸਿੱਖਾਂ 'ਚ 230 ਸਾਲਾਂ ਦੇ ਵਿੱਚ ਪੱਕੀ ਕਰ ਗਈ ਸੀ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਤੱਕ। ਤੇ ਸਿੱਖਾਂ ਨੂੰ ਇਹ ਬਾਣੀ ਤੇ ਅਸੂਲ ਇੰਨੇ ਪੱਕੇ ਹੋ ਗਏ ਸੀ, ਉਹ ਡੋਲਦੇ ਨਹੀਂ ਸੀ, ਅੱਜ ਵੀ ਤੇ ਉਦੋਂ ਵੀ। ਇੱਥੇ ਕਾਜ਼ੀ ਨੂਰ ਮੁਹੰਮਦ ਇੱਕ ਜ਼ਿਕਰ ਕਰਦਾ ਆ ਕਿ ਸਿੱਖਾਂ ਦੇ ਅਸੂਲ ਤੇ ਆਚਰਣ ਦੀ ਇੱਕ ਉਦਾਹਰਨ ਦਿੰਦਾ ਆ। ਕਹਿੰਦਾ ਜੰਗੇ ਮੈਦਾਨ 'ਚ ਇੱਕ ਵਾਰੀ ਸਿੱਖਾਂ ਨੇ ਇੱਕ ਸਾਡੇ ਜਿਹੜਾ ਇੱਕ ਸ਼ਾਮਿਆਨਾ ਲੱਗਾ ਸੀ ਨਾ, ਜਿੱਥੇ ਉੱਤੇ ਹਮਲਾ ਕੀਤਾ ਤੇ ਉੱਥੇ ਪਤਾ ਲੱਗਾ ਇੱਥੇ ਤਾਂ ਮੁਸਲਮਾਨ ਔਰਤਾਂ ਨੇ। ਕਹਿੰਦੇ ਉਸੇ ਵੇਲੇ ਤਲਵਾਰਾਂ ਵਾਪਸ ਪਾ ਕੇ ਚਲ ਗਏ। ਕਿਉਂਕਿ ਉਹ ਅਬਦਾਲੀ ਦੇ ਨਾਲ ਉਹ ਸਿੱਖਾਂ ਨੂੰ ਸਗਾ ਕਹਿੰਦਾ। ਸਗਾ ਮੀਨਸ ਕੁੱਤਾ। ਕਹਿੰਦਾ ਵਾਹ ਓਏ, ਇਹ ਸਗ ਕਿੱਡੇ ਮਹਾਨ ਨੇ, ਦੁਸ਼ਮਣ ਦੀ ਔਰਤ ਵੱਲ ਨਿਗਾਹ ਕਰਕੇ ਉਹ ਨਹੀਂ ਵੇਖਦੇ। ਸੰਗਤ ਜੀ, ਕੌਮ ਤੇ ਵਿਅਕਤੀ ਹੋਈ ਸਫਲ ਹੁੰਦਾ ਆ ਜਿੰਦਾ ਆਚਰਣ ਦੇ ਵਿੱਚ ਉੱਚਾ ਹੁੰਦਾ ਆ। ਇਹ ਗੁਰੂ ਨੇ ਸਾਨੂੰ, ਮਹਾਰਾਜ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨੇ, ਮੈਂ ਲੈ ਜਾਓ ਪੰਥ ਉਚੇਰਾ, ਮੈਂ ਪੰਥ ਉਚੇਰਾ ਲੈ ਕੇ ਜਾਣਾ ਆ। ਇਹ ਕੌਮ ਦੀ ਇੱਕ ਬੜੀ ਵੱਡੀ ਉਸ ਸਮੇਂ ਪ੍ਰਾਪਤੀ ਸੀ। ਅੱਜ ਵੀ ਜੇ ਲਾਈਫ 'ਚ ਸਫਲ ਹੋਣ ਵਾਸਤੇ ਤੁਹਾਡਾ ਚਰਿੱਤਰ, ਕਰੈਕਟਰ ਸਟਰੋਂਗ ਹੋਏਗਾ ਤਾਂ ਅਸੀਂ ਸਟਰੋਂਗ ਹੋਵਾਂਗੇ। ਉਹਨਾਂ ਨੇ ਕਹਿੰਦੇ ਨੇ ਦੂਜੀ ਇਹਨਾਂ ਦੇ ਅਸੂਲ ਏਡੇ ਪੱਕੇ ਨੇ, ਜੰਗ ਦੇ ਮੈਦਾਨ 'ਚ ਜੇ ਦੁਸ਼ਮਣ ਦੀ ਪੱਗ ਲੱਤ ਜੇ ਨਾ, ਉਸੇ ਵੇਲੇ ਰੁਕ ਜਾਂਦੇ ਮਾਰਨ ਤੋਂ। ਕਹਿੰਦੇ ਪਹਿਲਾਂ ਪੱਗ ਸੰਭਾਲ, ਅਸੀਂ ਤੇਰੀ ਪੱਤ ਲੁੱਟਣ ਨਹੀਂ ਆਏ, ਸਾਡਾ ਤੇਰੇ ਨਾਲ ਜਾਤੀ ਵੈਰ ਨਹੀਂ, ਅਸੀਂ ਤਾਂ ਕਰਦੇ ਪਏ ਆ ਕਿਉਂਕਿ ਜ਼ੁਲਮ ਦਾ ਨਾਸ਼ ਕਰਨ ਵਾਸਤੇ। ਹੁਣ ਇਸ ਤੋਂ ਅਗਲੀ ਗੱਲ ਜਿਹੜੀ ਬੜੀ ਜ਼ਰੂਰੀ ਗੱਲ ਏ ਔਰ ਅੱਜ ਸਾਨੂੰ ਬੜੀ ਲੋੜ ਏ, ਸਿੰਘਣੀਆਂ ਦਾ ਹਿੱਸਾ। ਦਿਸ ਇਜ਼ ਵੈਰੀ ਇੰਪੋਰਟੈਂਟ। ਸਿੱਖਾਂ ਦੀਆਂ ਬੀਬੀਆਂ ਦਾ, ਸਿੱਖ ਵੂਮਨ ਨੇ ਉਦੋਂ ਕੀ ਕੰਮ ਕੀਤਾ? ਜਦੋਂ ਸਿੰਘ ਜੰਗਲਾਂ ਦੇ ਮੈਦਾਨਾਂ ਦੇ ਵਿੱਚ ਲੜਦੇ ਸੀ ਨਾ ਸਾਧ ਸੰਗਤ ਜੀ, ਉਸ ਸਮੇਂ ਸਿੰਘਣੀਆਂ ਨੇ ਮੋਢੇ ਤੇ ਮੋਢਾ ਲਾ ਕੇ ਨਾਲ ਸਿੱਖਾਂ ਦੀ ਹਿੰਮਤ ਵਧਾਈ। ਕਹਿੰਦੇ ਨੇ ਇੱਕ ਥਾਂ ਤੇ 54 ਜਗ੍ਹਾ ਦੇ ਵਿੱਚ ਜਦੋਂ ਮੁਗਲਾਂ ਨੇ ਹਮਲਾ ਕੀਤਾ ਨਾ, ਤਾਂ ਸਿੰਘ ਕੋਈ ਨਹੀਂ ਸੀ, ਬੀਬੀਆਂ ਨੇ ਹਮਲਾ ਉਹਨਾਂ ਦਾ ਨਾਕਾਮ ਕਰਕੇ ਢਾ ਦਿੱਤਾ। ਤੁਸੀਂ ਇੱਥੇ ਵੇਖ ਲਓ, ਅੱਜ ਅਸੀਂ ਗੱਲਾਂ ਕਰਦੇ ਹਾਂ ਇਕੁਐਲਿਟੀ ਦੀਆਂ, ਗੁਰੂ ਨੇ ਕਿੰਨਾ ਚਿਰ ਪਹਿਲਾਂ ਹੀ ਗੱਲਾਂ ਕਰ ਦਿੱਤੀਆਂ। ਤੇ ਸਿੰਘਣੀਆਂ 'ਚ ਵੀ ਉਹਨਾਂ ਹੀ ਜੋਸ਼ ਸੀ।
बस फर्क ये सी सिंह अगे होके लड़ते सी ते ਸਿੰਘਣੀਆਂ पिछे, पर जिथे लोड़ पैंदी सी उत्थे अगे होके भी लड़दियां सन। जिन्हां ने बहुती खोज करनी होवे बीबी सुंदरी पढ़ के वेखियो भाई वीर सिंह जी दा सब तो फर्स्ट पंजाबी दा नॉवल, क्या कमाल कीती है। भाई तारू सिंह जी नूं जदों भाई तारू सिंह जी नूं शहीद करना सी ना, ते हरभगत निरंजनिया पता की कहंदा है उत्थे, उत्थे हरभगत निरंजनिया कहंदा एक तारू ते उनदी जिहड़ी भैण ते माई कहंदा ये लंगर छकाउंदे ने। वेखो ये प्राचीन पंथ प्रकाश रतन सिंह जी भंगू ने लिखिया आ कि कल्ले भाई तारू सिंह जी नहीं, उन्हां दी माई ते उन्हां दी भैण, भैण तारो ते उन्हां दी माता जी ये लंगर छकाउंदे ने। कितना उन्हां ਸਿੰਘਣੀਆਂ दा जिगरा होएगा जिन्हां ने अपने पतियां अपने पुत्रां नाल ते अपने भरावां नाल पंथ वास्ते ये ਸਿੰਘਣੀਆਂ दे करके ही ये काम होया। एक होर गल जिहड़ी ਸਿੰਘ जी आप जी पल्ले बन्नण वाली है बड़ी जरूरी, सुल्तान उल कौम सरदार जस्सा सिंह आलूवालिया एक गरीब जे परिवार, एक गरीब जिहा परिवार है। वो भाई दयाला सिंह जी उन्हां दी डेथ होई ते उन्हां दा मां ने अपने पुत्र नूं एडे वड्डे तरीके नाल पालिया कि ओह जस्सा सिंह आलूवालिया बाद च कौम दा सुल्तान बनया। उस संबंधी प्राचीन पंथ प्रकाश च ना भाई रतन सिंह भंगू जी ने एक अध्याय लिखिया आ, कहंदे जिहड़ी भाई जस्सा सरदार जस्सा सिंह आलूवालिया दी माता सी ना, वो एडी सिरड़ी सी, एडी महान सी। एक गल अज आपां पल्ले बन लईए सारियां मावां जिहड़ियां दास दी गल सुनदियां पईयां होण। कहंदे उन्हें अपने पुत्र नूं पालिया, कदी भी ये पूरी गल लिखी है प्राचीन पंथ प्रकाश च पढ़न वाली है। कहंदे उन्हें कदी भी अमृत वेला नहीं खुजाया, एक गुटका साहब अपने गात्रे च रख दी, जिथे भी मौका लगदा दो तारे दे नाल कीर्तन करदी, शामी सोदर रहरास दाब दे हाजरी भरदी, ते किते भी दीवान हुंदा सी वो किते भी दीवान दे विच उन्हें हाजरी भरनी। इत्थों तक कि उन्हां बारे गल लिखी है, कहते जहां खालसा लाए दीवान जाए करे शब्द चौंकी गान। जिते भी खालसे दीवान लगदा सी उत्ते जाके शब्द चौंकी दी हाजरी भरदी सी। कहंदी कितनी कुर्बानी होएगी उस ਸਿੰਘਣੀ दी। विसाखी वाले दिन जदों दरबार साहब 1733 ਦੇ करीब दरबार साहब पंथ जुड़िया, उत्थे उस ਸਿੰਘਣੀ ने कीर्तन किया ते जस्सा सिंह आलूवालिए नूं एक नौजवान नूं अपने बच्चे नूं नाल बिठाया, एडा कीर्तन महान किया। नवाब कपूर सिंह जी ने आके इक्को एक देखो हुण उन्हां दी देन, उन्होंने आके माता जी कोलों कहा ये पुत्र सानू दे दे, ते अगों उन्होंने गल कही माता भी उस होए खुशी दीनी बाह फड़ाए। कहते माता नूं भी एडी खुशी होगी, आ लो मेरा बच्चा पंथ दे लेखे, इकलौता बच्चा होवे, सिर ते पति ना होवे। मैं कहना वारे जाइए उन्हां मावां दे, अज असीं किथे खड़े आ। कई बारी हिरदा बड़ा ज्यादा दुखी हो जाता है। उस मां ने अपना पुत कौम की झोली च पाता ते सारिआं नूं बताया। अज सरदार जस्सा सिंह आलूवालिया ने वो कौम के सुल्ताने उल कौम बने। साध संगत जी ये वो सारे कारण सन जेड़े करके पंथ ने विखड़ा समा सफलता दे नाल लंघाया। हुण आप जी ने जेड़े कारण सन ये उदों भी सच सन, अज भी सच ने। सो दास ने कोशिश की है कि वो कारणों नूं संखेप च दस सकां। हुण मैं अगे ही बिनती करनी है, आओ आपां भी इन्हां सिखां तो शहीदां तो ये सिक्ख्या लईए ते असीं एक प्रॉपर एक चंगे सिख किवें बन सकदे हां। साडे सिर ते इन्ना औखा समा जिन्ना उन्हां ते सी। दास ये बिनती करके समाप्ति करन लगा, समा हो गया आ। हुण 7 वजे सोदर रहरास साहब जी का जाप होना आ, उपरंत रोगन ते रसोगन ते फिर सिमरन, इन्हां च हाजरी भरीए ते अमृत वेले सवेरे 3 वजे फिर सिमरन अभ्यास होना आ, उन्हां च हाजरी भरीए। सारिआं धन्नवाद। जो सिख सेवक आस्ट्रेलिया वालों सेवावां चलदियां पईआं ने, आप फेसबुक ते भी लाइक कर सकते हो। सारिआं दा धन्नवाद। महाराज कृपा करे सानू सिक्खी जीवन दान बख्शण, असीं उन्हां सिखां तो कुछ सिख सकीए जी। वाहिगुरू जी का खालसा, वाहिगुरू जी की फतेह।